पुरख निरभउ निर्वैर अकाल मूरत आजूनी सैभं गुर प्रसाद जप आद सच जुगाद सच है भी सच नानक होसी भी सच ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨ ਸਕਤ ਕੇਹ ਅਚਾਲ ਮੂਰਤਿ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੀ ਸਾਹਣ ਗਇਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ तो सरब नाम कथै कवन करम नाम बरनत सुमत बाणी गुरु गुरु है बाणी विच बाणी अमृत सारे गुर बाणी कहै सेवक जन मानै पर तख गुरु ने सतारे। सतनाम श्री वाहिगुरु साहिब जी। ਭਾਦਵੇਂ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਭਾਦਵੇਂ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਛੱਡ ਖੜੋਤੇ ਕਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ। जेहा बीजै सो लुणै कर्मा संदड़ा खेत नानक प्रभ सरनागति चरण बोहित प्रभ देत। से भादवें नरक ना पाइय है गुर रखण वाला हेत। नानक प्रभ सरनागति चरण बोहित प्रभ देत। से भादवें नरक ना पाइय है गुर रखण वाला हेत। वाहिगुरु जी का खालसा वाहिगुरु जी की फतेह। गरीब नवाज अंतरजामी सतगुरु धन 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 सतगुरु गुरु नानक देव जी धन सतगुरु श्री गुरु गोबिंद सिंह कलगीधर महाराज धन सतगुरु आदि श्री गुरु ग्रंथ साहिब महाराज जी ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਸ਼ਹੀਦਾਂ ਮਰੀਦਾਂ ਸਭ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬੇਅੰਤ ਦਇਆ ਕਿਰਪਾ ਮਿਹਰ ਵਰਤ ਰਹੀ ਹੈ ਜਿਸ ਸਦਕਾ ਆਪਾਂ ਸਭ ਰਲ ਮਿਲ ਕਰਕੇ ਪਾਵਨ ਪਵਿੱਤਰ ਅੱਜ ਜਿਹੜੀ ਸਾਧ ਸੰਗਤ ਜੀ ਇਹ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ। ਇਸ ਦਿਨ ਦੇ ਮੌਕੇ ਸੰਧਿਆ ਦੇ ਵਕਤ ਰਲ ਮਿਲ ਕੇ ਜੁੜ ਕੇ ਬੈਠੇ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਦਾ ਆਸਰਾ ਲਿਆ। ਪਾਵਨ ਸੰਧਿਆ ਦੇ ਨਿਤਨੇਮ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਆਪ ਸਭ ਸੰਗਤਾਂ ਨੇ ਰਲ ਮਿਲ ਕੇ ਕੀਤੇ ਸੁਣੇ ਹਨ। ਪਾਵਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਬੰਨੀ ਹੋਈ ਮਰਿਆਦਾ ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਆਗਿਆ ਹੈ ਸਿੱਖਾਂ ਦੇ ਤਾਈ ਵੀ ਜਿਸ ਦਿਨ ਸੰਗਰਾਂਦ ਹੋਵੇ ਉਦਨ ਸਭ ਸੰਗਤਾਂ ਰਲ ਮਿਲ ਕੇ ਮਹਾਰਾਜ ਜੀ ਦੇ ਹਜ਼ੂਰ ਜੁੜ ਕੇ ਬੈਠ ਕੇ ਸਾਰਾ 12 ਮਾਹ ਦਾ ਪਾਠ ਕੀਤਾ ਜਾਵੇ। ਪੰਜਵੇਂ ਪਾਤਸ਼ਾਹ ਤੱਕ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ 12 ਮਾਹ ਤੁਖਾਰੀ ਰਾਗ 'ਚ ਜੋ ਹੈ ਉਹਦਾ ਸੰਗਤਾਂ ਪਾਠ ਕਰਿਆ ਕਰਦੀਆਂ ਸਨ ਤੇ ਬਹੁਤੀਆਂ ਸੰਗਤਾਂ ਹਜ਼ਾਰਾਂ ਸਾਲਾਂ ਤੋਂ ਜਿਹੜੀ ਮਰਿਆਦਾ ਭਾਰਤ ਵਰਸ਼ ਦੀ ਚੱਲੀ ਆ ਰਹੀ ਉਹਦੇ ਅਨੁਸਾਰ ਬ੍ਰਾਹਮਣਾ ਪੰਡਤਾਂ ਦੇ ਪਾਸ ਜਾ ਕੇ ਮਹੀਨਾ ਸੁਣਿਆ ਕਰਦੇ ਤੇ ਇਹ ਰੀਤ ਸੀ ਵੀ ਜੇਕਰ ਕਿਸੇ ਸਿਆਣੇ ਪੁਰਸ਼ ਤੋਂ ਵਿਦਵਾਨ ਦੇ ਮੁਖ ਤੋਂ ਮਹੀਨਾ ਸੁਣਿਆ ਜਾਵੇ ਤੇ ਉਹ ਮਹੀਨਾ ਸੁਖਮਈ ਆਨੰਦਮਈ ਬਤੀਤ ਹੋਵੇਗਾ। ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਸਰ ਸਾਹਿਬ ਪੰਡਤ ਜੀ ਆਏ ਪੜ੍ਹੇ ਹੋਏ ਦੇਖਿਆ ਨਵਾਂ ਨਗਰ ਵਸਿਆ ਹੈ ਅੰਮ੍ਰਿਤਸਰ ਸਾਹਿਬ ਦੀਵਾਨ ਸੱਜਾ
ਮਹਾਰਾਜ ਪੰਜਵੇਂ ਪਾਤਸ਼ਾਹ ਦੇ ਹਜ਼ੂਰ ਬੇਨਤੀ ਕੀਤੀ, ਮਹਾਰਾਜ ਮੈਂ ਬੜੀ ਵਿਦਿਆ ਪੜ੍ਹਿਆ, ਮੈਂ ਕਥਾ ਕਰਨੀ ਜਾਣਦਾ, ਮੈਨੂੰ ਆਪ ਜੀ ਇੱਥੇ ਰੱਖ ਲਓ, ਮੇਰਾ ਗੁਜ਼ਾਰਾ ਹੋਵੇਗਾ। ਸਤਿਗੁਰੂ ਜੀ ਕਹਿਣ ਲੱਗੇ, ਹਾਂ ਇਹ ਹਿੰਦੁਸਤਾਨ ਦੀ ਧਰਤੀ ਦੀ ਮਰਿਆਦਾ ਹੈ ਵੀ ਮਹੀਨੇ ਵਾਲੇ ਦਿਨ, ਸੰਗਰਾਂਦ ਵਾਲੇ ਦਿਨ ਸੰਗਤਾਂ ਕਥਾ ਸੁਣਦੀਆਂ ਮਹੀਨੇ ਦੀਆਂ, ਤੇ ਤੁਸੀਂ ਪੜ੍ਹੇ ਲਿਖੇ ਵਿਦਵਾਨ ਹੋ, ਮਹੀਨੇ ਦੀ ਕਥਾ ਕਰਿਆ ਕਰੋ, ਸੰਗਤਾਂ ਨੂੰ ਸੁਣਾਇਆ ਕਰੋ। ਜਿਸ ਵਕਤ ਸਾਧ ਸੰਗਤ ਜੀ ਬੜੀ ਪੂਜਾ ਹੋਈ, ਪ੍ਰਤਿਸ਼ਠਾ ਹੋਈ, ਬੜੀ ਮਾਇਆ ਚੜੀ, ਮਾਇਆ ਦਾ ਐਸਾ ਰੰਗ ਵਰਤਿਆ, ਇਸ ਪੰਡਤ ਜੀ ਨੂੰ ਹੰਕਾਰ ਹੋਇਆ। ਚੇਤਰ ਦੀ ਮਹੀਨੇ ਦੀ ਸਾਧ ਸੰਗਤ ਜੀ ਸੰਗਰਾਂਦ ਦਾ ਦਿਨ ਸੀ, ਜਿੱਥੇ ਹੁਣ ਮੰਜੀ ਸਾਹਿਬ ਦੀਵਾਨ ਹਾਲੇ, ਇੱਥੇ ਗੁਰੂ ਅਰਜਨ ਸਾਹਿਬ ਜੀ ਬੈਠੇ, ਦੀਵਾਨ ਸੱਜਿਆ ਹੋਇਆ ਤੇ ਰਾਗੀ ਸਿੰਘ ਮਹਾਰਾਜ ਜੀ ਦੇ ਹਜ਼ੂਰ ਕੀਰਤਨ ਕਰ ਰਹੇ ਨੇ। ਹਰ ਮਹੀਨੇ ਪੰਡਤ ਜੀ ਸਮੇਂ ਸਿਰ ਆ ਕੇ ਕਥਾ ਸੁਣਾਇਆ ਕਰਦੇ, ਫਲਾ ਉਪਦੇਸ਼ ਸੁਣਾਇਆ ਕਰਦੇ ਮਹੀਨੇ ਦਾ। ਅੱਜ ਪੰਡਤ ਜੀ ਆਏ ਨਹੀਂ। ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ, ਜਾਓ ਜਾ ਕੇ ਆਪ ਜੀ ਪਤਾ ਕਰੋ ਪੰਡਤ ਜੀ ਦੀ ਸਿਹਤ ਠੀਕ ਹੈ, ਆਏ ਨਹੀਂ ਅੱਜ। ਜਿੱਥੇ ਭਾਈ ਸਾਲੂ ਜੀ ਦਾ ਸਥਾਨ, ਇਹਦੇ ਪਾਸ ਆ ਸੰਗਤ ਜੀ ਪੰਡਤ ਜੀ ਦਾ ਘਰ ਹੋਇਆ ਕਰਦਾ ਸੀ। ਆਏ, ਆ ਕੇ ਪੁੱਛਿਆ, ਪੰਡਤ ਜੀ ਸੰਗਰਾਂਦ ਅੱਜ ਹੈ, ਸੰਗਤਾਂ ਉਡੀਕਦੀਆਂ, ਚੱਲ ਕੇ ਆਪ ਮਹੀਨੇ ਦਾ ਫਲਾ ਉਪਦੇਸ਼ ਸੁਣਾਓ। ਤੇ ਪੰਡਤ ਜੀ ਕਹਿਣ ਲੱਗੇ, ਤੁਹਾਡੇ ਵੱਡੇ ਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਸੋਭਾ ਸਮੇਂ ਦੇ ਵਿਦਵਾਨਾਂ ਕਰਕੇ ਹੋਈ, ਉਹ ਉਹਨਾਂ ਨੂੰ ਵਡਿਆਉਂਦੇ ਸਨ ਤੇ ਲੋਕ ਉਹਨਾਂ ਦੀ ਪੂਜਾ ਕਰਦੇ ਸਨ। ਮੇਰੇ ਕਰਕੇ ਗੁਰੂ ਅਰਜਨ ਸਾਹਿਬ ਜੀ ਦੀ ਮਾਨਤਾ ਹੈ, ਮੈਂ ਕਥਾ ਕਰਕੇ ਸੰਗਤਾਂ ਨੂੰ ਸੁਣਾਉਣਾ, ਤੇ ਗੁਰੂ ਅਰਜਨ ਸਾਹਿਬ ਜੀ ਗੁਰੂ ਬਾਣੀ ਬੈਠੇ, ਉਹਨਾਂ ਦੀ ਪੂਜਾ, ਉਹਨਾਂ ਦੀ ਪ੍ਰਤਿਸ਼ਠਾ ਮੇਰੇ ਕਰਕੇ ਹੈ। ਇਉਂ ਹੰਕਾਰ ਦੇ ਬਚਨ ਉਹਨੇ ਕਹੇ, ਸਤਿਗੁਰਾਂ ਦੇ ਪ੍ਰਥਾਏ। ਤੇ ਕਹਿਣ ਲੱਗਾ ਵੀ ਮੈਨੂੰ ਗੁਰੂ ਮੰਨੋ, ਮੈਂ ਤਾਂ ਆਵਾਂਗਾ। ਭਾਈ ਗੁਰਦਾਸ ਜੀ ਨੇ ਵੈਸੇ ਹੀ ਬਚਨ ਗੁਰੂ ਅਰਜਨ ਸਾਹਿਬ ਜੀ ਨੂੰ ਕਹੇ। ਗੁਰੂ ਅਰਜਨ ਸਾਹਿਬ ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਮੁਜਸਮੇ, ਕਹਿਣ ਲੱਗੇ, ਨਹੀਂ ਜਾਓ, ਫਿਰ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਜਾਓ, ਜਾ ਕੇ ਪੰਡਤ ਜੀ ਨੂੰ ਸਮਝਾਓ ਤੇ ਲੈ ਕੇ ਆਓ, ਉਹਨਾਂ ਨੂੰ ਹੋਰ ਮਾਇਆ ਦਿਆਂਗੇ, ਉਹਨਾਂ ਦੀ ਸੋਭਾ ਹੋਵੇਗੀ। ਬਾਬਾ ਬੁੱਢਾ ਸਾਹਿਬ ਜੀ ਵੀ ਗਏ, ਪੰਡਤ ਜੀ ਨਾ ਮੰਨੇ, ਆ ਗਏ। ਸੰਗਤਾਂ ਨੇ ਆਪੋ ਵਿੱਚ ਹੀ ਸਲਾਹ ਕੀਤੀ। ਬਾਬਾ ਬੁੱਢਾ ਸਾਹਿਬ ਜੀ ਸੰਗਤ ਚ, ਸਾਧ ਸੰਗਤ ਜੀ ਖੜੇ ਹੋਏ। ਖੜੇ ਹੋ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਇਹ ਮਰਿਆਦਾ ਹੈ ਨਾ ਵੀ ਕਿਸੇ ਸਿਆਣੇ ਦੇ ਪੁਰਸ਼ ਤੇ ਮੁਖ ਤੋਂ ਜੇ ਮਹੀਨਾ ਸੁਣਿਆ ਜਾਏ ਤੇ ਮਹੀਨਾ ਚੰਗਾ ਬਤੀਤ ਹੁੰਦਾ ਹੈ। हे ਗੁਰੂ ਅਰਜਨ ਸਾਹਿਬ ਜੀ, ਆਪ ਜੀ ਤੋਂ ਸਿਆਣਾ ਪੁਰਸ਼ ਕੌਣ ਹੋ ਸਕਦਾ ਹੈ? ਇਹ ਆਪ ਜੀ ਨੇ ਨਵਾਂ ਨਿਰਮਲ ਪੰਥ, ਸਿੱਖ ਪੰਥ ਤੋਰਿਆ। ਮਹਾਰਾਜ ਸਾਨੂੰ ਇਹਨਾਂ ਪੰਡਤਾਂ ਦੇ ਮੁਤਾਜ ਨਾ ਰੱਖੋ, ਆਪ ਦਇਆ ਕਰੋ, ਆਪ ਦੇ ਮੁਖ ਤੋਂ 12 ਮਾਹ ਸੁਣਾਓ, ਮਹਾਰਾਜ ਮਹੀਨਾ ਸੁਣਾਓ। ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ਚ 12 ਮਾਹ ਉਚਾਰਿਆ, ਉਹਦਾ ਪਾਠ ਕਰੋ। ਗੁਰੂ ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਨੇ 12 ਮਾਹ ਤੁਖਾਰੀ ਰਾਗ ਚ ਉਚਾਰਿਆ, ਉਹਦੇ ਚ ਬੜੇ ਅਰਥ ਅਲੰਕਾਰ, ਰੂਪਕ ਅਲੰਕਾਰ ਵਰਤੇ ਨੇ। ਮਹਾਰਾਜ ਉਹਦੇ ਪਾਠ ਕੀਤਿਆਂ ਸਮਝ ਨਹੀਂ ਪੈਂਦੀ। ਕੋਈ ਸਿਆਣਾ ਵਿਦਵਾਨ ਹੋਵੇ, ਪਿੰਗਲ ਨਿਰੁਕਤ ਦਾ ਜਾਣਕਾਰ, ਉਹ ਅਰਥ ਕਰਕੇ ਸੁਣਾਵੇ ਮਹਾਰਾਜ, ਤਾਂ ਸਮਝ ਪੈਂਦੀ ਹੈ। ਕੋਈ ਐਸੀ ਆਪ ਸੁਖੈਨ ਬਾਣੀ ਉਚਾਰੋ ਜਿਹਦਾ ਪਾਠ ਕੀਤਿਆਂ ਸਾਨੂੰ ਮਹਾਰਾਜ ਜੀ ਸਮਝ ਪੈ ਜਾਏ। ਜਿੱਥੇ ਹੁਣ ਸਾਧ ਸੰਗਤ ਜੀ ਮੰਜੀ ਸਾਹਿਬ ਆਪਾਂ ਦਰਸ਼ਨ ਕਰਨ ਜਾਂਦੇ ਤੇ ਸੱਜੇ ਪਾਸੇ ਸੰਗਮਰਮਰ ਦਾ ਮੰਜੀ ਸਾਹਿਬ ਬਣਿਆ ਹੋਇਆ ਛੋਟਾ, ਉੱਥੇ ਬਕਾਇਦਾ ਲਿਖਿਆ ਵੀ ਹੈ, ਉੱਥੇ ਬੈਠੇ ਨੇ ਗੁਰੂ ਅਰਜਨ ਸਾਹਿਬ ਜੀ। ਉਸ ਵਕਤ ਉੱਥੇ ਬੈਠ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਚੇਤਰ ਦੀ ਸੰਗਰਾਂਦ ਵਾਲੇ ਦਿਨ ਇਹ ਪਾਵਨ ਪਵਿੱਤਰ 12 ਮਾਹ ਦਾ ਸਾਧ ਸੰਗਤ ਜੀ ਪਾਠ ਸੰਗਤਾਂ ਨੂੰ ਬਾਣੀ ਉਚਾਰ ਕੇ ਸੁਣਾਈ ਹੈ। ਤੇ ਨਾਲ ਹੀ ਮਰਿਆਦਾ ਬੰਨ੍ਹ ਦਿੱਤੀ ਵੀ ਜਿਸ ਦਿਨ ਸੰਗਰਾਂਦ ਹੋਵੇ, ਸਭ ਨੇ ਆ ਕੇ ਬੈਠ ਕੇ ਮਹਾਰਾਜ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਫਿਰ 12 ਮਾਹ ਦਾ ਪਾਠ ਕਰਨਾ। ਤੇ 12 ਮਾਹ ਦਾ ਪਾਠ ਕਰਕੇ ਸਤਿਗੁਰਾਂ ਦੀ ਅਰਦਾਸ ਕਰਨੀ, ਮਹੀਨਾ ਸੁਖਮਈ, ਆਨੰਦਮਈ, ਕਲਿਆਣਮਈ ਬਤੀਤ ਹੋਵੇਗਾ। ਉਸ ਮਰਿਆਦਾ ਅਨੁਸਾਰ ਸਾਧ ਸੰਗਤ ਜੀ ਸਭ ਪੰਥ ਅੰਦਰ ਜੇ ਕੋਈ ਮਤਾ ਐਸਾ ਨਾ ਮਨ ਚ ਸ਼ੰਕਾ ਕਰੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ 12 ਮਾਹ ਕਿਉਂ ਨਹੀਂ ਪੜ੍ਹਦੇ, ਇਹ ਮਾਝ ਰਾਗ ਵਾਲਾ ਕਿਉਂ ਪੜ੍ਹਦੇ ਹਨ, ਇਹ ਤਾਂ ਪੜੀਦਾ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਮਰਿਆਦਾ ਬੰਨੀ ਹੈ। ਇਹਦਾ ਪਾਠ ਸਭ ਸੰਗਤਾਂ, ਸਭ ਜਿੱਥੇ ਗੁਰੂ ਸਥਾਨ ਹਨ, ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ, ਸਭ ਸੰਗਤਾਂ ਇਹਦਾ ਮਹੀਨੇ ਵਾਲੇ ਦਿਨ ਸਾਧ ਸੰਗਤ ਜੀ ਪਾਠ ਸੁਣਦੀਆਂ ਹਨ। ਆਓ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜੋ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਇਹ ਭਾਦਰੋਂ ਦੇ ਮਹੀਨੇ ਰਾਹੀਂ ਸਾਧ ਸੰਗਤ ਜੀ ਦੇ ਰਹੇ ਨੇ, ਉਹਨੂੰ ਆਪਾਂ ਅੰਗੀਕਾਰ ਕਰੀਏ।
ਮਹਾਰਾਜ ਜੀ ਨੇ ਸਾਨੂੰ ਵਾਰ-ਵਾਰ ਸਮਝਾਇਆ ਹੈ, ਵਾਰ-ਵਾਰ ਹਰ ਕੇ ਗੁਣਾ ਗਾਓ, ਕਬੀਰ ਸਾਹਿਬ ਜੀ ਦੇ ਵਚਨ ਹਨ। ਮਹਾਰਾਜ ਸਾਹਿਬ ਜੀ ਨੇ ਦੇਖੋ ਸਾਧ ਸੰਗਤ ਜੀ, ਮਹੀਨੇ ਸਾਲ ਚ 12 ਮਹੀਨੇ ਹੁੰਦੇ, 12 ਮਹੀਨਿਆਂ ਨਾਲ ਉਪਦੇਸ਼ ਦੇਣ ਵਾਸਤੇ 12 ਮਾਹ ਉਚਾਰਿਆ। ਮਹੀਨੇ ਚ 15 ਥਿੱਤਾਂ ਹੁੰਦੀਆਂ, 15 ਥਿੱਤਾਂ ਦੇ ਵਾਸਤੇ ਮਹਾਰਾਜ ਨੇ ਥਿੱਤੀ ਬਾਣੀ ਉਚਾਰੀ, ਇੱਕ ਇੱਕ ਥਿੱਤ ਦੇ ਨਾਲ ਮਨ ਨੂੰ ਉਪਦੇਸ਼ ਦਿੱਤਾ ਹੈ। ਫਿਰ 7 ਵਾਰ ਹੁੰਦੇ ਹਫਤੇ 'ਚ, ਮਹਾਰਾਜ ਜੀ ਨੇ 7 ਵਾਰ ਬਾਣੀ ਉਚਾਰੀ, ਹਰ ਵਾਰ ਦੇ ਨਾਲ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤਾ। ਫਿਰ ਇੱਕ ਦਿਨ ਦੇ ਅੰਦਰ ਸਾਧ ਸੰਗਤ ਜੀ, ਰਾਤ ਦੇ ਦਿਨ ਹੁੰਦਾ ਹੈ, ਉਹ ਦਿਨ ਰੈਣ ਬਾਣੀ ਉਚਾਰੀ। ਰਾਤ ਦਿਨ 'ਚ 4-4 ਪਹਿਰ ਹੁੰਦੇ ਹਨ। ਮਹਾਰਾਜ ਜੀ ਨੇ ਪਹਿਰੇ ਬਾਣੀ ਉਚਾਰ ਕੇ ਹਰ ਤਰੀਕੇ ਨਾਲ ਸਾਨੂੰ ਉਪਦੇਸ਼ ਦਿੱਤਾ, ਮਨ ਨੂੰ ਸਮਝਾਉਣ ਵਾਸਤੇ। ਇਹ ਮਨ ਸਮਝ ਜਾਵੇ ਤੇ ਆਪ ਦਾ ਭਲਾ ਇਹ ਜਾਣਦਾ ਨਹੀਂ, ਸਮਝਦਾ ਨਹੀਂ, ਬਹੁਤ ਹੀ ਜ਼ਿਆਦੀ ਅਗਿਆਨਤਾ ਦੇ ਵਸ ਹੋਇਆ, ਮਾਇਆ ਦੇ ਮੋਹ 'ਚ ਪਿਆ, ਕਾਲ ਦਾ ਗਰਸਿਆ ਹੋਇਆ। ਇਹਦੇ ਤੋਂ ਕਿਵੇਂ ਬਚੇ, ਕਿਵੇਂ ਛੁੱਟੇ, ਕਿਵੇਂ ਪੂਰੇ ਸਤਿਗੁਰੂ ਮਹਾਰਾਜ ਦੀ ਸ਼ਰਨ ਲਵੇ ਇਹ ਮਨ। ਇਹ ਉਪਦੇਸ਼ ਸਤਿਗੁਰੂ ਮਹਾਰਾਜ ਜੀ ਜਿਵੇਂ ਭਾਦਰੋਂ ਦੇ ਮਹੀਨੇ 'ਚ ਕਰ ਰਹੇ ਨੇ। ਆਓ ਆਪਾਂ ਮਨ 'ਚ ਤੇ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਤੇ ਵਿਚਾਰ ਪ੍ਰਾਰੰਭ ਕਰਨ ਤੋਂ ਪ੍ਰਥਮ ਗੁਰਮਤਿ ਦਾ ਨਿਯਮ ਹੈ, ਮਰਿਆਦਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਲੈਣਾ। ਉਸ ਮਰਿਆਦਾ ਅਨੁਸਾਰ ਆਪਾਂ ਸਾਰੇ ਰਲ ਮਿਲ ਕਰਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਸਤਿਗੁਰੂ ਮਹਾਰਾਜ ਜੀ ਉਦਾਹਰਣ ਦੇ ਕੇ ਸਮਝਾ ਰਹੇ ਨੇ। ਭਾ ਦੋਏ, ਭਾ ਨਾਮ ਹੁੰਦਾ ਸਾਧ ਸੰਗਤ ਜੀ ਮਨ ਦੀ ਭਾਵਨਾ ਦਾ, ਦੋਏ ਨਾਮ ਹੁੰਦਾ ਦੋ ਦਾ। ਜਿਹਦੇ ਮਨ ਦੇ ਅੰਦਰ ਦੋ ਭਾਵਨਾ ਹੋਣ, ਦੋ ਮਨ ਦੇ ਅੰਦਰ ਇੱਕ ਦੇ ਉੱਤੇ ਮਨ ਦੀ ਭਾਵਨਾ ਨਾ ਟਿਕੀ ਹੋਏ, ਭਾ ਨਾ ਟਿਕਿਆ ਹੋਵੇ, ਉਹ ਹਮੇਸ਼ਾ ਪ੍ਰਾਣੀ ਦੁਖੀ ਹੁੰਦਾ ਰਹਿੰਦਾ ਹੈ। ਜਿਹੜਾ ਇੱਕ ਭਾ ਦੇ ਵਿੱਚ ਟਿਕ ਜਾਏ, ਭਾਵਨਾ 'ਚ ਟਿਕ ਜਾਏ, ਉਹ ਸੁਖੀ ਹੁੰਦਾ। ਇਹ ਮਹਾਤਮਾ ਜਨ ਨਿੱਕਾ ਜਿਹਾ ਬਲਾਸ ਦਾ ਉਪਦੇਸ਼ ਸੁਣਾਇਆ ਕਰਦੇ। ਕੋਈ ਮੇਲਾ ਲੱਗਾ ਤੇ ਘਰ ਵਾਲੀ ਕਹਿਣ ਲੱਗੀ, ਜਾਓ ਮੇਲੇ 'ਚੋਂ ਕੋਈ ਵਸਤੂ ਖਰੀਦ ਕੇ ਲਿਆਓ ਤੇ ਧਿਆਨ ਰੱਖਣਾ ਕੋਈ ਠੱਗ ਨਾ ਲਵੇ, ਮਹਿੰਗੀ ਕਰਕੇ ਚੀਜ਼ ਵੇਚਦੇ ਨੇ, ਭਾਅ ਸਹੀ ਬਣਾ ਲੈਣਾ। ਗਿਆ, ਦੇਖਿਆ ਬੱਦਲ ਹੋਏ ਨੇ ਤੇ ਕੋਈ ਛਤੜੀ ਲੈ ਲਈਏ। ਭਾਈ ਛਤੜੀਆਂ ਵੇਚਣ ਵਾਲੇ ਨੂੰ ਪੁੱਛਿਆ ਵੀ ਕਿੰਨੇ ਦੀ ਲਾਈ? ਕਹਿੰਦਾ ਜੀ 20 ਦੀ ਇੱਕ ਹੈ। ਨਾ ਨਾ ਨਾ, ਮੈਂ 10 ਦਿਆਂਗਾ, ਤੂੰ ਮੈਨੂੰ ਦੇ ਦੇ। ਨਹੀਂ ਜੀ 10 ਨਹੀਂ, ਤੁਸੀਂ ਮੈਨੂੰ 18 ਦੇ ਦਿਓ। ਨਹੀਂ ਨਹੀਂ 18 ਨਹੀਂ, ਤੂੰ 9 ਮੈਂ ਦਿਆਂਗਾ, ਤੂੰ 9 ਚ ਇੱਕ ਦੇ ਦੇ। ਨਹੀਂ ਜੀ 16 ਚ ਲੈ ਲਓ। ਨਹੀਂ ਮੈਂ ਤੇ 8 ਦਿਆਂਗਾ। 12 ਚ ਲੈ ਲਓ। ਨਹੀਂ ਮੈਂ ਤੇ 6 ਦਿਆਂਗਾ। ਤੇ ਉਹ ਕਹਿਣ ਲੱਗਾ ਮੈਂ ਤੈਨੂੰ ਫ੍ਰੀ ਦੇ ਦੇਣਾ। ਉਹ ਕਹਿੰਦਾ ਫਿਰ ਮੈਂ 2 ਲਵਾਂਗਾ। ਭਾਵ ਉਹਨੇ ਇੱਕ ਵੀ ਨਾ ਲਈ। ਇੱਕ ਵੀ ਕਿਉਂ ਨਾ ਲਈ? ਕਿਉਂਕਿ ਉਹਦਾ ਇੱਕ ਭਾਅ 'ਚ ਨਾ ਟਿਕਿਆ। ਤੇ ਜੇ ਇੱਕ ਭਾਅ 'ਚ ਟਿਕ ਜਾਂਦਾ ਤੇ ਉਹ ਵਸਤੂ ਲੈ ਲੈਣਾ ਸੀ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਸਾਡੇ ਮਨ ਦਾ ਜਿਹੜਾ ਭਾਅ ਹੈ, ਭਾਵਨਾ ਹੈ, ਉਹ ਇੱਕ ਥਾਂ ਟਿਕਦੀ ਨਹੀਂ। ਹਰ ਵਕਤ ਕੋਈ ਦੂਜੀ ਭਾਵਨਾ, ਕੋਈ ਦੂਜਾ ਆਸਰਾ, ਕੋਈ ਦੂਜੀ ਮਨ ਦੀ ਟੇਕ ਬਣੀ ਰਹਿੰਦੀ ਏ। ਇੱਕ ਵਾਹਿਗੁਰੂ ਦੇ ਉੱਤੇ ਮਨ ਦੀ ਟੇਕ ਸਾਧ ਸੰਗਤ ਜੀ, ਆਪਦੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਇਸ ਮਨ ਦਾ ਆਸਰਾ ਟੇਕਦਾ ਨਹੀਂ ਹੈ। ਤੇ ਜਿਹੜੀ ਐਸੀ ਅਵਸਥਾ ਹੈ, ਉਹਦਾ ਨਾਂ ਹੈ ਭਾਦੋਏ। ਭਾਦਰੋਂ ਦਾ ਮਹੀਨਾ, ਜਿਵੇਂ ਭਾਦਰੋਂ 'ਚ ਝੱਟ ਗਰਮੀ ਹੋ ਜਾਂਦੀ, ਝੱਟ ਠੰਡ ਹੋ ਜਾਂਦੀ, ਇਸੇ ਤਰ੍ਹਾਂ ਸਾਧ ਸੰਗਤ ਜੀ ਭਾਦਰੋਂ ਦੀ ਤਰ੍ਹਾਂ ਇਹ ਮਨ ਪ੍ਰਾਣੀ ਦਾ ਕਦੀ ਕਬਹੁ ਜੀੜਾ ਊਬ ਚੜ੍ਹਤ ਹੈ, ਕਬਹੁ ਜਾਏ ਪਿਆਲੇ। ਲੋਭੀ ਜੀੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾ ਭਾਲੇ। ਕਦੀ ਤੱਤਾ, ਕਦੀ ਠੰਡਾ, ਕਦੀ ਉੱਤੇ, ਕਦੀ ਥੱਲੇ। ਇੱਕ ਭਾਵਨਾ 'ਚ ਨਹੀਂ ਟਿਕਦਾ। ਤੇ ਜਿੰਨਾ ਚਿਰ ਇੱਕ ਸਤਿਗੁਰਾਂ ਦੇ ਚਰਨਾਂ ਦੀ ਭਾਵਨਾ ਨਾ ਲਵੇ, ਇਹ ਹਾਲ ਸਦਾ ਹੀ ਜੀਵ ਦਾ ਬਣਿਆ ਰਹਿੰਦਾ ਹੈ। ਮਹਾਰਾਜ ਜੀ ਨੂੰ ਉਦਾਹਰਨ ਦਿੱਤੀ ਇੱਕ ਇਸਤਰੀ ਦੀ। ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਜਿਹੜੀ ਇਸਤਰੀ ਦਾ ਦੂਸਰੇ ਮਰਦ ਦੇ ਨਾਲ ਪ੍ਰੇਮ ਲੱਗਾ ਹੋਏ, ਆਪ ਦੇ ਮਰਦ ਦੇ ਨਾਲ ਪ੍ਰੇਮ ਨਾ ਰੱਖੇ, ਉਹ ਭਰਮ 'ਚ ਭੁੱਲੀ ਰਹਿੰਦੀ। ਕਿਹੜੇ ਭਰਮ 'ਚ? ਵੀ ਮੈਨੂੰ ਦੂਜੇ ਤੋਂ ਸੁੱਖ ਮਿਲੇਗਾ, ਆਪਦੇ ਪਤੀ ਤੋਂ ਸੁੱਖ ਨਹੀਂ ਮਿਲੇਗਾ। ਉਹਨੂੰ ਭਰਮ ਹੀ ਹੁੰਦਾ। ਸੁੱਖ ਸਾਧ ਸੰਗਤ ਜੀ ਆਪਦੇ ਆਤਮ ਸਰੂਪ ਤੋਂ ਮਿਲਦਾ, ਕਿਸੇ ਦੂਜੇ ਜੀਵ ਤੋਂ ਨਹੀਂ ਪ੍ਰਾਪਤ ਹੁੰਦਾ।
ਅਗਲੀ ਪੰਕਤੀ। ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਉਹ ਮਰਦ ਨੂੰ ਲੁਭਾਇਮਾਨ ਕਰਨ ਵਾਸਤੇ ਲੱਖਾਂ ਸ਼ਿਕਾਰ ਬਣਾ ਲੈਂਦੀ, ਮੂੰਹ ਸਿਰ ਕਰਕੇ ਤੇ ਹੋਰ ਆਪਦੇ ਬੁੱਲ ਰੰਗ ਲਏ ਜਾਂ ਹੋਰ ਕੋਈ ਕੰਮ ਕਰ ਲਿਆ। ਲੱਖ ਸ਼ਿੰਗਾਰ ਬਣਾਇਆ, ਲੱਖਾਂ ਸ਼ਿੰਗਾਰ, ਹਾਰ ਸ਼ਿੰਗਾਰ, ਸੋਨਾ ਚਾਂਦੀ ਧਾਰ ਲਿਆ, ਸੂਹੇ ਲਿਬਾਸ ਪੈ ਲਏ, ਕਾਰਜ ਨਾਹੀ ਕੇਤ। ਉਹਦੇ ਬਣਾਏ ਹੋਏ ਸਭ ਅਡੰਬਰ ਰਚੇ ਹੋਏ ਕਿਸੇ ਲੇਖੇ ਨਹੀਂ, ਕਿਸੇ ਕਾਰਜ ਨਹੀਂ। ਕਿਸੇ ਵੀ ਸਾਧ ਸੰਗਤ ਜੀ ਉਹ ਸਵਾਰਥ ਨੂੰ ਪੂਰਾ ਨਹੀਂ ਕਰਦੇ। ਉਹਦੇ ਮਨ ਅੰਦਰ ਦੁੱਖ ਦਵੈਤ ਹੋਣੇ ਕਰਕੇ, ਆਪਦੇ ਪਤੀ ਨੂੰ ਛੱਡ ਕੇ ਦੂਜੇ ਦਾ ਆਸਰਾ ਲੈਣੇ ਕਰਕੇ ਦੁੱਖ ਉਹਦੇ ਅੰਦਰ ਬਣਿਆ ਹੀ ਰਹਿੰਦਾ ਹੈ। ਕਦੀ ਐਸੀਆਂ ਇਸਤਰੀਆਂ ਬੀਬੀਆਂ ਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਇਹ ਹੈ ਦਾ ਦ੍ਰਿਸ਼ਟਾਂਤ, ਉਦਾਹਰਨ। ਮਹਾਰਾਜ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਨੇ, ਉਹ ਸੁਣੋ। ਭਾਦੋਏ ਭਰਮ ਭੁਲਾਣੀਆਂ। ਆਪਾਂ ਸਭ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਇਸਤਰੀਆਂ ਹਾਂ, ਸਭਨਾ ਸਹੁਰੈ ਵੰਜਨਾ, ਸਭ ਮੁਕਲਾਵਨਹਾਰ। ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਉਹ ਅਕਾਲ ਪੁਰਖ ਵਾਹਿਗੁਰੂ ਨਾਲ ਵਰੇ ਹੋਏ ਹਾਂ ਤੇ ਆ ਸਾਧ ਸੰਗਤ ਜੀ ਆਪਦੇ ਇਹ ਪੇਕੇ ਘਰ ਆਏ ਹਾਂ। ਸਹੁਰਾ ਘਰ ਸਾਡਾ ਪਰਲੋਕ ਹੈ, ਜਿੱਥੇ ਜਾਣਾ ਮੁਕਲਾਵੇ ਤੋਂ ਬਾਅਦ ਆਏ। ਇੱਥੇ ਆ ਕੇ ਭਾਦੋਏ ਭਰਮ ਭੁਲਾਣੀਆਂ। ਹਾਂ, ਸਾਰੀਆਂ ਜੀਵ ਇਸਤਰੀਆਂ ਆਪਾਂ ਭਰਮ 'ਚ ਭੁੱਲ ਗਏ। ਕਿਹੜੇ ਭਰਮ 'ਚ ਭੁੱਲ ਗਏ? ਦੂਜਾ ਲੱਗਾ ਹੇਤ। ਜਿਹੜਾ ਦੂਜਿਆਂ ਦੇ ਨਾਲ ਹੇਤ ਪ੍ਰੇਮ ਲੱਗ ਗਿਆ। ਆਪਦੀ ਇਸਤਰੀ ਨਾਲ, ਆਪਦੇ ਮਾਤਾ ਪਿਤਾ ਨਾਲ, ਧੀਆਂ ਪੁੱਤਰਾਂ ਨਾਲ, ਆਪਦੀ ਜਾਇਦਾਦ ਨਾਲ, ਧਨ ਸੰਪਦਾ ਨਾਲ, ਵਿਦਿਆ ਨਾਲ, ਗੁਣਾ ਨਾਲ, ਰੂਪ ਰੰਗ ਨਾਲ, ਆਪਦੀਆਂ ਬਾਹਾਂ ਦੇ ਬਲ ਨਾਲ, ਜੋ ਆ ਨੇਤਰਾਂ ਨਾਲ ਆਪਾਂ ਨੂੰ ਦਿਸ ਰਿਹਾ ਹੈ, ਇਹ ਸਭ ਦਵੈਤ ਹੈ, ਇਹ ਸਭ ਦੂਜਾ ਹੈ। ਆਪਣਾ ਕੀ ਹੈ? ਉਹ ਆਪਣਾ ਆਤਮ ਸਰੂਪ ਹੈ। ਉਹੀ ਸਾਧ ਸੰਗਤ ਜੀ ਵਾਹਿਗੁਰੂ ਦਾ ਸਰੂਪ ਹੈ, ਉਹੀ ਸਤਿਗੁਰਾਂ ਦਾ ਸਰੂਪ ਹੈ। ਉਹਨੂੰ ਛੱਡ ਕੇ ਇਹ ਬਾਕੀ ਸਭ ਕੁਝ ਦਵੈਤ ਹੈ, ਦੂਜਾ ਹੈ। ਇਹਦੇ ਨਾਲ ਇਹਨਾਂ ਜੀਵ ਦਾ ਪ੍ਰੇਮ ਲੱਗ ਗਿਆ। ਲੱਖ ਸਿਗਾਰ ਬਣਾਇਆ। ਐਸੇ ਜੀਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਖੁਸ਼ ਕਰਨ ਵਾਸਤੇ ਲੱਖਾਂ ਸ਼ਿੰਗਾਰ ਕੀ ਬਣਾ ਲਏ? ਧਰਮ ਦੇ ਲਿਬਾਸ ਪਾ ਲਏ, ਹੋਰ ਧਰਮ ਦਾ ਲਿਬਾਸ ਪਾ ਕੇ ਦੂਜੇ ਨੂੰ ਦਿਖਾਵਾ ਕਰ ਲਿਆ, ਪਖੰਡ ਰਚ ਲਿਆ, ਜਾਂ ਕਹਿ ਲਈਏ ਜੜਾਵਾਂ ਬਣਾ ਲਈਆਂ। ਕੋਈ ਮੂੰਹ ਸਿਰ ਮੁੰਡਨ ਕਰ ਲਿਆ, ਕੋਈ ਸੁੰਨਤਾਂ ਕਰ ਲਈਆਂ, ਕੋਈ ਇਸੇ ਤਰ੍ਹਾਂ ਕੰਨਾਂ 'ਚ ਮੁੰਦਰਾਂ ਪਾ ਲਈਆਂ। ਇਤਿਆਦਿਕ ਲੱਖ ਸ਼ਿੰਗਾਰ ਬਣਾਇਆ, ਲੱਖਾਂ ਸ਼ਿੰਗਾਰ ਬਣਾ ਲਏ ਵਾਹਿਗੁਰੂ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ। ਕਾਰਜ ਨਾਹੀ ਕੇਤ। ਜਿੰਨਾ ਚਿਰ ਮਨ ਕਰਕੇ ਪ੍ਰੇਮ ਨਹੀਂ ਲੱਗਾ, ਸਰੀਰ ਦੇ ਬਣਾਏ ਹੋਏ ਸਾਧ ਸੰਗਤ ਜੀ ਆ ਸ਼ਿੰਗਾਰ ਅਡੰਬਰ ਕਿਸੇ ਕਾਰਜ ਨਹੀਂ ਹਨ, ਕਿਸੇ ਲੇਖੇ ਨਹੀਂ ਹਨ। ਵਾਹਿਗੁਰੂ ਪਰਮੇਸ਼ਰ ਪ੍ਰਸੰਨ ਨਹੀਂ ਹੁੰਦਾ। ਉਹ ਵਾਹਿਗੁਰੂ ਪਰਮਾਤਮਾ ਪ੍ਰੇਮ ਕਰਕੇ ਪ੍ਰਸੰਨ ਹੁੰਦਾ। ਜਿਹੜਾ ਵਾਹਿਗੁਰੂ ਨਾਲ ਸਾਰਿਆਂ ਇਹ ਦੁਨੀਆ ਦੀ ਭਾਵਨਾ ਨੂੰ ਛੱਡ ਕੇ ਇੱਕ ਵਾਹਿਗੁਰੂ ਤੇ ਭਾਵਨਾ ਬਣਾਏ, ਉਹਦਾ ਕਾਰਜ ਕੀਤਾ। ਉਹ ਭਾਵੇਂ ਕੋਈ ਸ਼ਿੰਗਾਰ ਨਾ ਵੀ ਬਣਾਵੇ, ਕੋਈ ਅਡੰਬਰ ਨਾ ਰਚੇ, ਕੋਈ ਕਿਸੇ ਤਰ੍ਹਾਂ ਦਾ ਵਿਖਾਵਾ ਪਖੰਡ ਨਾ ਕਰੇ, ਕੋਈ ਵਿਦਿਆ ਨਾ ਪੜੀ ਹੋਏ, ਉਹ ਵੀ ਵਾਹਿਗੁਰੂ ਨੂੰ ਭਾ ਜਾਂਦਾ ਹੈ। ਜਿਤ ਦਿਨ ਦੇਹ ਬਿਨਸ ਸੀ। ਵੈਰਾਗ ਦਾ ਬਚਨ ਕਹਿੰਦੇ ਸਤਿਗੁਰੂ ਮਹਾਰਾਜ ਜੀ, ਜਿਸ ਦਿਨ ਆ ਸਾਡਾ ਸਰੀਰ ਬਿਨਸ ਜਾਵੇਗਾ, ਨਾਸ਼। ਆ ਜਿੰਨਾ ਲਿਬਾਸ ਬਣਾਈਦਾ, ਅਡੰਬਰ ਰਚੀਦਾ, ਜਿੰਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਧੰਦੇ ਕਰੀਦੇ, ਕਿਹਦੇ ਲਈ? ਦੁਨੀਆ ਵਾਸਤੇ ਕਰੀਦੇ। ਦੁਨੀਆ ਦੇ ਲੋਕਾਂ ਨੂੰ ਖੁਸ਼ ਕਰੀਦਾ, ਵਿਖਾਵਾ ਕਰੀਦਾ। ਮਹਾਰਾਜ ਜੀ ਇਧਰੋਂ ਸਾਡਾ ਮਨ ਮੁੜ ਜਾਏ, ਉਪਦੇਸ਼ ਦਿੰਦੇ ਨੇ ਕਿ ਜਿਸ ਦਿਨ ਆ ਸਾਡਾ ਸਰੀਰ ਨਾਸ ਹੋਵੇਗਾ, ਤਿਤ ਵੇਲੇ ਕਹਿਸਨ ਪ੍ਰੇਤ। ਆ ਜਿਸ ਦੁਨੀਆ ਵਾਸਤੇ ਸਾਰੀ ਉਮਰ ਮਰੀਦਾ ਭੱਜੀਦਾ, ਇਹ ਦੁਨੀਆ ਉਸੇ ਵਕਤ ਇਸ ਮਰੇ ਹੋਏ ਇਨਸਾਨ ਨੂੰ ਪ੍ਰੇਤ ਕਹਿਣ ਲੱਗ ਪੈਂਦੀ, ਭੂਤ ਕਹਿਣ ਲੱਗ ਪੈਂਦੀ ਹੈ। ਪਕੜ ਚਲਾਇਨ ਦੂਤ ਜਮ। ਸਰੀਰ ਦੇ ਵਿੱਚ ਜਿਹੜਾ ਸਾਡੀ ਜਿੰਦ ਹੈ, ਜਿਹੜੀ ਰੂਹ ਹੈ, ਇਹਨੂੰ ਪਕੜ ਚਲਾਇਨ ਦੂਤ ਜਾਮ। ਜਮ ਰਾਜੇ ਦੇ ਜਿਹੜੇ ਦੂਤ ਹਨ, ਉਹ ਪਕੜ ਕੇ ਚਲਾਣ ਲੈ ਜਾਣਗੇ ਪਰਲੋਕ ਨੂੰ, ਜਮਾਂ ਦੇ ਰਸਤੇ ਨੂੰ। ਕਿਸੇ ਨਾ ਦੇਣੀ ਭੇਤ। ਤੇ ਕਿਸੇ ਨੂੰ ਭੇਤ ਵੀ ਨਹੀਂ ਦੇਣਾ ਵੀ ਉਹ ਕਿੱਥੇ ਗਿਆ, ਕਿੱਥੋਂ ਆਇਆ, ਕਿੱਥੇ ਚਲਿਆ ਗਿਆ, ਕਦੋਂ ਚਲਾ ਗਿਆ, ਕਿਸ ਵਕਤ, ਕਿਸ ਵਜ੍ਹਾ ਕਰਕੇ। ਕਿਸੇ ਨੂੰ ਬਾਅਦ ਚੋਂ ਬਹਾਨੇ ਬਣਾਈ ਦੇ ਨੇ, ਆ ਹੋ ਗਿਆ, ਉਹ ਹੋ ਗਿਆ,
ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਕਿਸੇ ਨੂੰ ਭੇਤ ਤੇ ਨਹੀਂ ਪ੍ਰਾਪਤ ਹੁੰਦਾ। ਛੱਡ ਖੜੋਤੇ ਖਿਨੈ ਮਾਹੇ, ਇੱਕ ਖਿਨ ਸਮੇਂ ਦੇ ਅੰਦਰ ਉਹ ਛੱਡ ਕੇ ਖਲੋ ਜਾਂਦੇ ਹਨ, ਪਰਾਂ ਹੋ ਜਾਂਦੇ ਹਨ। ਕੌਣ? ਜਿਨ ਸਿਉ ਲੱਗਾ ਹੇਤ, ਪਰਮਾਤਮਾ ਨੂੰ, ਵਾਹਿਗੁਰੂ ਆਪ ਦੇ ਸਤਿਗੁਰਾਂ ਨੂੰ ਛੱਡ ਕੇ ਜਿਨ੍ਹਾਂ ਦੇ ਨਾਲ ਪ੍ਰੇਮ ਲੱਗਾ ਹੁੰਦਾ ਹੈ ਜੀਵ ਦਾ। ਹੱਥ ਮਰੋੜੈ ਤਨ ਕਪੇ, ਜਦੋਂ ਸਰੀਰ ਸਾਧ ਸੰਗਤ ਜੀ ਛੁੱਟਦਾ ਹੈ, ਸਰੀਰ ਚੋਂ ਜਿੰਦ ਨਿਕਲਦੀ, ਫਰੀਦ ਸਾਹਿਬ ਜੀ ਨੇ ਵੀ ਕਿਹਾ ਹੈ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂਗੜਕਾਏ। ਹੱਡ ਸਾਧ ਸੰਗਤ ਜੀ ਕੜਕਦੇ ਹਨ। ਇੱਥੇ ਵੀ ਸਤਿਗੁਰੂ ਜੀ ਹੱਥ ਮਰੋੜਾ ਤਨ ਕਪੇ, ਹੱਥ ਜੀਵ ਮੋੜੇ ਜਾਂਦੇ। ਜਿਹੜੇ ਕੋਈ ਪੁਰਾਣੀ ਚੜ੍ਹਾਈ ਕਰਦਾ, ਉਹਦਾ ਸਰੀਰ ਦੇਖਿਆ ਹੋਏ, ਉਹ ਬੜਾ ਕਠਿਨ ਕਾਰਜ ਹੈ। ਮਹਾਂਪੁਰਸ਼ ਦੱਸਿਆ ਕਰਦੇ, ਇੱਕ ਬਿੱਛੂ ਡੰਗ ਮਾਰਦਾ, ਬੜਾ ਦਰਦ ਹੁੰਦਾ ਹੈ। ਜੇ 100 ਬਿੱਛੂ ਡੰਗ ਮਾਰੇ ਸਾਧ ਸੰਗਤ ਜੀ, ਜਿੰਨੀ ਉਦੋਂ ਤਕਲੀਫ ਹੁੰਦੀ, ਉਦੋਂ ਇੱਕ ਪਲ ਦਾ ਇੰਨਾ ਦੁੱਖ ਹੈ ਮਰਨ ਦੇ ਵਕਤ ਦਾ। ਭਾਵ ਬੜਾ ਭਾਰੀ ਦੁੱਖ ਹੁੰਦਾ ਹੈ। ਤਾਨ ਕਪੇ ਸਿਆਹ ਹੋਵਾ ਸੇਤ, ਪਹਿਲਾਂ ਜੀਵ ਦਾ ਸਿਆਹ ਰੰਗ ਹੁੰਦਾ ਹੈ, ਲਾਲੀ ਭਖਦੀ ਗੱਲਾਂ ਤੇ ਸਰੀਰ ਦੇ ਉੱਤੇ ਐ ਲਾਲ ਹੁੰਦਾ ਹੈ। ਜਦੋਂ ਸਰੀਰ ਚੜ੍ਹਾਈ ਕਰ ਜਾਂਦਾ, ਪ੍ਰਾਣੀ ਸੇਤ ਨਾਮ ਹੁੰਦਾ ਚਿੱਟੇ ਦਾ, ਉਹ ਚਿੱਟਾ ਭੂਖ ਸਰੀਰ ਹੋ ਜਾਂਦਾ ਜੀਵ ਦਾ। ਜੇਹਾ ਬੀਜੈ ਸੋ ਲੁਣੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਸੰਸਾਰ ਤੇ ਜੀਵ ਆਇਆ, ਮੌਤ ਦਾ ਮਾਰਿਆ ਹੋਇਆ ਚਲਿਆ ਗਿਆ। ਇਸ ਜੀਵਨ ਕਾਲ ਦੇ ਅੰਦਰ ਜੇਹਾ ਬੀਜੈ, ਜੋ ਉਹਨੇ ਬੀਜਿਆ, ਜੈਸੇ ਉਹਨੇ ਕਰਮ ਕੀਤੇ, ਸੋ ਲੁਣੈ, ਉਹ ਆਪਦੇ ਕਰਮਾਂ ਦਾ ਉਹ ਫਲ ਭੋਗਦਾ ਹੈ। ਕਰਮਾ ਸੰਦੜਾ ਖੇਤ, ਆ ਸਰੀਰ ਖੇਤ, ਜੋ ਬੀਜੀਆ ਸੋ ਅੰਤ ਖਲੋਆ ਆਏ। ਆ ਸਰੀਰ ਦੇ ਅੰਦਰ ਜੋ ਬੀਜੀਦਾ ਹੈ, ਕਰਮਾ ਸੰਦੜਾ ਖੇਤ, ਇਹ ਕਰਮਾਂ ਦਾ ਖੇਤ ਹੈ। ਖੇਤ ਦੇ ਵਿੱਚ ਸਾਧ ਸੰਗਤ ਜੀ ਜੋ ਫਸਲ ਬੀਜੀ ਉਹ ਵੱਢੀ ਦੀ ਹੈ, ਉਹ ਉਗਦੀ। ਆ ਸਰੀਰ ਦੇ ਅੰਦਰ ਜਿਹੋ ਜਿਹੇ ਕਰਮ ਕਰੀਦੇ, ਉਹੋ ਜਿਹਾ ਇਹਦੇ ਅੰਦਰ ਫਲ ਪੈਦਾ ਹੋ ਜਾਂਦਾ ਹੈ। ਫਰੀਦ ਸਾਹਿਬ ਫਰੀਦਾ ਇਸੇ ਤਰ੍ਹਾਂ ਦੇ ਨਾਲ ਫਰੀਦ ਸਾਹਿਬ ਜੀ ਦੇ ਬਚਨ ਹਨ, ਲੋੜੇ ਦਾਖ ਵਿਜੋਰੀਆਂ ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਇ ਦਾ ਪੈਦਾ ਲੋੜਾ ਪਟ। ਫਰੀਦ ਸਾਹਿਬ ਜੀ ਦੇ ਬਚਨ ਹਨ, ਜੇ ਕੋਈ ਕਿੱਕਰਾਂ ਦੇ ਬੀਜੇ ਤੇ ਆਖੇ ਮੈਨੂੰ ਬਜੌਰ ਦੇਸ਼ ਦੀਆਂ ਦਾਖਾਂ ਮਨੱਕੇ ਮਿਲ ਜਾਣ, ਐਵੇਂ ਤੇ ਨਹੀਂ ਹੋਏਗਾ। ਜੇ ਕੋਈ ਜੀਵ ਕਰੇ ਮਾੜੇ ਕੰਮ, ਕਰੇ ਪਾਪ ਕਰਮ, ਤੇ ਕਈ ਮੈਨੂੰ ਸਾਰੀ ਜ਼ਿੰਦਗੀ ਸੁੱਖ ਬਣਿਆ ਰਹੇ, ਐਵੇਂ ਨਹੀਂ ਹੁੰਦਾ। ਜੇ ਪਾਪ ਕਰੀਏ ਤੇ ਉਹਦਾ ਨਤੀਜਾ ਫਲ ਦੁੱਖ ਮਿਲਦਾ ਹੈ। ਜੇ ਦੇ ਸਾਧ ਸੰਗਤ ਜੀ ਪੁੰਨ ਕਰਮ ਚੰਗੇ ਕਰਮ ਕਰੀਏ, ਉਹਦਾ ਨਤੀਜਾ ਫਲ ਸੁਖ ਮਿਲਦਾ ਹੈ। ਨਾਨਕ ਪ੍ਰਭ ਸਰਨਾਗਤੀ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਹੇ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆ ਸਾਡੇ ਸਰੀਰ ਅਸੀਂ ਕਲਯੁਗੀ ਜੀਵ ਹਾਂ। ਮਹਾਰਾਜ ਅਸੀਂ ਪਲ ਪਲ ਤੇ ਭੁੱਲਦੇ, ਪੈਰ ਪੈਰ ਤੇ ਅਸੀਂ ਪਾਪ ਕਰਮ ਕਰਦੇ, ਮਨ ਸਾਡਾ ਜਨਮਾਂ ਜਨਮਾਂਤਰਾਂ ਦੇ ਨਾ ਪਾਪਾਂ ਦੇ ਵਸੀਕਾਰ ਹੋਇਆ। ਮਹਾਰਾਜ ਪਾਪ ਕਰਮ ਬੁਰਾ ਕਰਮ ਕਰਨ ਤੋਂ ਸੰਕੋਚ ਨਹੀਂ ਕਰਦਾ, ਹਟਦਾ ਨਹੀਂ। ਹੁਣ ਮਹਾਰਾਜ ਹਾਰ ਕੇ, ਥੱਕ ਕੇ, ਹੰਬ ਕੇ ਆਪ ਦੇ ਸ਼ਰਨ ਆਗਤੀ, ਸ਼ਰਨ ਨੂੰ ਆਗਤੀ ਆ ਕੇ ਪ੍ਰਾਪਤ ਹੋਏ ਹਾਂ। ਚਰਨ ਬੋਹਿਤ ਪ੍ਰਭ ਦੇਤ, हे ਪ੍ਰਭੂ ਸਰਬ ਕਲਾ ਸਮਰੱਥ ਵਾਹਿਗੁਰੂ ਪਰਮੇਸ਼ਰ ਜੀ, ਸਾਨੂੰ ਆਪਦੇ ਚਰਨ ਕਮਲਾਂ ਦਾ ਬੋਹਿਤ ਆਸਰਾ, ਬੋਹਿਤ ਨਾ ਬੇੜੇ ਦਾ ਹੁੰਦਾ ਹੈ, ਉਹ ਦਿਓ ਹਿਰਦੈ ਚਰਨ, ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਮਹਾਰਾਜ ਆਪ ਜੀ ਦਾ ਸ਼ਬਦ ਉਪਦੇਸ਼, ਇਹ ਆਪ ਜੀ ਦੇ ਚਰਨ ਹਨ। ਇਹ ਸਾਨੂੰ ਮਹਾਰਾਜ ਜੀ ਬੋਹਿਤ ਜਹਾਜ਼ ਦੀ ਨਿਆਈ ਸਾਡੇ ਚਰਨ, ਮਹਾਰਾਜ ਜੀ ਸਾਡੇ ਹਿਰਦੇ 'ਚ ਇਹਨਾਂ ਨੂੰ ਦੇ ਦੇਣਾ ਕਰੋ। ਸੇ ਭਾਦਵੇ ਨਰਕ ਨਾ ਪਾਈਐ ਹੈ, ਉਹ ਜੀਵ ਭਾਦਰੋਂ ਦੇ ਮਹੀਨੇ ਰਾਹੀਂ ਉਪਦੇਸ਼ ਦਿੰਦੇ। ਭਾਦਰੋਂ ਦਾ ਮਹੀਨਾ ਆ ਜੀਵਨ ਕਾਲ ਮਨੁੱਖਾ ਜਨਮ ਹੈ, ਇਸ ਦੇ ਅੰਦਰ ਸੇ ਭਾਦਵੇ ਨਰਕ ਨਾ ਪਾਈਐ ਹੈ, ਉਹ ਨਰਕਾਂ 'ਚ ਮਰ ਕੇ ਵੀ ਨਹੀਂ ਪੈਂਦੇ। ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਰੱਖਣ ਵਾਲੇ ਜਿਨ੍ਹਾਂ ਦੇ ਹੋਣ, ਤੇ ਹੇਤ ਨਾ ਪ੍ਰੇਮ ਦਾ ਹੁੰਦਾ। ਜਿਨ੍ਹਾਂ ਜਿਹੜੇ ਸਤਿਗੁਰੂ ਮਹਾਰਾਜ ਨਾਲ ਪ੍ਰੇਮ ਕਰਨ ਵਾਲੇ ਹੋਣ, ਤੇ ਜਿਨ੍ਹਾਂ ਦਾ ਪ੍ਰੇਮ ਸਤਿਗੁਰਾਂ ਨੂੰ ਭਾ ਜਾਏ, ਚੰਗਾ ਲੱਗੇ, ਤੇ ਸਤਿਗੁਰੂ ਜੀ ਉਹਨਾਂ ਸਿੱਖਾਂ ਨਾਲ ਪ੍ਰੇਮ ਕਰਦੇ ਹਨ, ਉਹਨਾਂ ਨੂੰ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਨਰਕਾਂ 'ਚ ਨਹੀਂ ਪੈਣ ਦਿੰਦੇ। ਹਾਂ, ਕੋਈ ਢਲਿਆਈ ਰਹਿ ਜਾਏ, ਐਸ ਜਨਮ ਨਾ ਮੁਕਤ ਹੋਵੇ, ਮਹਾਰਾਜ ਫਿਰ ਸਿੱਖਾਂ ਦੇ ਘਰ ਜਨਮ ਦੇ ਕੇ 10,000 ਸਾਲ ਤੱਕ ਮਹਾਰਾਜ ਜੀ ਉਸ ਸਿੱਖ ਦੀ ਆਪ ਪਾਲਣਾ ਕਰਕੇ ਉਹਨੂੰ ਆਪ ਦੇ ਨਾਲ ਮੇਲ ਲੈਂਦੇ ਹਨ। ਇਉਂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਇਹ ਪਾਵਨ ਭਾਦਰੋਂ ਮਹੀਨੇ ਦਾ ਆਪ ਜੀ ਨੂੰ ਉਪਦੇਸ਼, ਆਪਾਂ ਸਾਰਿਆਂ ਨੂੰ, ਮੈਨੂੰ ਤੁਹਾਨੂੰ ਉਪਦੇਸ਼ ਦਿੱਤਾ ਹੈ।
ਅੱਜ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਸਾਧ ਸੰਗਤ ਜੀ ਬਰਸੀ ਦਾ ਦਿਨ ਹੈ। ਸੰਤ ਮਹਾਰਾਜ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦਾ ਜਨਮ ਸੰਨ 1932 ਦੇ ਅੰਦਰ ਸਾਧ ਸੰਗਤ ਜੀ ਅਸੂਵਦੀ ਪੰਚਮੀ ਨੂੰ ਹੋਇਆ। ਪਿਤਾ ਜੀ ਸਤਿਕਾਰਯੋਗ ਜਥੇਦਾਰ ਬਾਬਾ ਝੰਡਾ ਸਿੰਘ ਜੀ, ਮਾਤਾ ਜੀ ਮਾਤਾ ਲਾਭ ਕੌਰ ਜੀ। ਭੂਰਾ ਕੋਨਾ ਪਿੰਡ ਉਦੋਂ ਕਸੂਰ ਜ਼ਿਲ੍ਹਾ ਪੈਂਦਾ ਸੀ, ਹੁਣ ਸਾਧ ਸੰਗਤ ਜੀ ਪੱਟੀ ਦੇ ਅੰਦਰ ਤਰਨਤਾਰਨ ਸਾਹਿਬ ਜ਼ਿਲ੍ਹਾ ਬਣ ਗਿਆ। ਇਹਦੇ ਅੰਦਰ ਇਹ ਨਗਰ ਹੈ ਜਿੱਥੇ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਜਨਮ ਹੋਇਆ ਭਾਦੋ ਸੁਦੀ ਪੰਚਮੀ ਤੇ 1932 ਈਸਵੀ ਦੇ ਵਿੱਚ। ਤੇ ਇਸੇ ਤਰ੍ਹਾਂ ਬਾਬਾ ਝੰਡਾ ਸਿੰਘ ਜੀ ਗੁਰਮੁਖ ਨਿਤਨੇਮੀ ਤੇ ਘਰੋਂ ਹੀ ਸਿੱਖੀ ਦੀ ਦਾਤ ਪ੍ਰਾਪਤ ਹੋਈ, ਗੁਰਸਿੱਖੀ ਜੀਵਨ ਪ੍ਰਾਪਤ ਹੋਇਆ। ਬਾਬਾ ਬੱਗਾ ਸਿੰਘ ਜੀ ਪਿੰਡ 'ਚ ਸਨ, ਉਹਨਾਂ ਤੋਂ ਸਾਧ ਸੰਗਤ 'ਚ ਸਭ ਤੋਂ ਪਹਿਲਾਂ ਸੰਤਾਂ ਨੇ ਸੰਥਿਆ ਕੀਤੀ ਗੁਰਬਾਣੀ ਦੀ ਨਿਤਨੇਮ ਦੀ। ਫਿਰ ਪਿੰਡ ਪੜ੍ਹੇ, ਖੇਮ ਕਰਨ ਪੜ੍ਹੇ, ਫਿਰ ਸਾਧ ਸੰਗਤ ਜੀ ਖਾਲਸਾ ਕਾਲਜ ਵੀ ਸੰਤ ਜੀ ਗਏ ਅੰਮ੍ਰਿਤਸਰ ਸਾਹਿਬ। ਜਦੋਂ 16 ਸਾਲ ਦੀ ਆਯੂ ਸੀ 48 ਦੇ ਅੰਦਰ ਸੰਤ ਮਹਾਰਾਜ ਜੀ ਭਿੰਡਰਾਂ ਗਏ ਸੰਤ ਗਿਆਨੀ ਗੁਰੂ ਬਚਨ ਸਿੰਘ ਖਾਲਸਾ ਮਹਾਂਪੁਰਖਾਂ ਦੇ ਪਾਸ। ਉੱਥੇ ਜਾ ਕੇ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ। 16 ਸਾਲ ਦੀ ਉਮਰ ਦੇ ਅੰਦਰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਮਹਾਂਪੁਰਖਾਂ ਨੇ ਅੰਮ੍ਰਿਤ ਪ੍ਰਾਪਤ ਕੀਤਾ। ਤੇ 18 ਸਾਲ ਦੀ 2 ਸਾਲ ਬਾਅਦ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਵਿਆਹ ਆਨੰਦ ਕਾਰਜ ਹੋਇਆ। ਤੇ ਜਿਸ ਵਕਤ 27 ਸਾਲ ਦੇ ਹੋਏ, 27 ਸਾਲ 25 26 27 ਹਾਂ 27 ਸਾਲ ਦੇ ਅੰਦਰ ਆ ਕੇ ਮਹਾਂਪੁਰਸ਼ ਪੱਕੇ ਤੌਰ ਤੇ ਸਾਧ ਸੰਗਤ ਜੀ ਜਥੇ 'ਚ ਆ ਗਏ ਮਹਾਂਪੁਰਸ਼ਾਂ ਦੇ ਪਾਸ। ਬੜੀ ਭਾਰੀ ਸੇਵਾ ਕੀਤੀ। ਜਿਸ ਵਕਤ ਪਟਨਾ ਸਾਹਿਬ ਮਹਾਰਾਜ ਸਾਹਿਬ ਜੀ ਦਾ ਸ਼ਤਾਬਦੀ ਦਾ ਦਿਨ ਮਨਾਇਆ, ਉਦੋਂ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮਹਾਂਪੁਰਖਾਂ ਨੇ ਦਮਦਮੀ ਟਕਸਾਲ ਦੀ ਜਿਹੜੀ ਸਾਧ ਸੰਗਤ ਜੀ ਸੇਵਾ, ਇਹ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੂੰ ਸਾਧ ਸੰਗਤ ਜੀ ਅਨਾਉਂਸ ਕਰਕੇ ਆਪ ਦੇ ਹੱਥੀਂ ਦਸਤਾਰ ਦੇ ਕੇ ਸਿਰੋਂ ਪਾਉ ਦੇ ਕੇ ਮਹਾਂਪੁਰਖਾਂ ਨੇ ਆਪ ਸਪੀਕਰ 'ਚ ਬੋਲ ਕੇ ਰਿਕਾਰਡ ਕਰਕੇ ਉਹ ਮਹਾਂਪੁਰਖਾਂ ਨੂੰ ਸੇਵਾ ਦਿੱਤੀ। ਮਹਾਂਪੁਰਖ ਜਿਸ ਵਕਤ ਸੱਚਖੰਡ ਚਲੇ ਗਏ, ਫਿਰ ਸੰਤ ਮਹਾਰਾਜ ਜੀ ਗੁਰਦਰਸ਼ਨ ਪ੍ਰਕਾਸ਼ ਮਹਿਤਾ ਉਹਦੀ ਸਥਾਪਨਾ ਹੋਈ। ਮਹਾਂਪੁਰਖਾਂ ਦਾ ਸਥਾਨ ਬੜਾ ਭਾਰੀ ਬਣਿਆ। ਬੇਅੰਤ ਵਿਦਿਆਰਥੀ ਸਾਧ ਸੰਗਤ ਜੀ ਸੰਥਿਆ ਪੰਥਿਆ ਕਰਨ ਵਾਲੇ, ਮਹਾਂਪੁਰਖਾਂ ਨੇ ਕੀਰਤਨ ਦਾ ਵਿਦਿਆਲਿਆ ਵੀ ਖੋਲਿਆ। ਇਸ ਤਰ੍ਹਾਂ ਨਾਲ ਬੜਾ ਭਾਰੀ ਕਾਰਜ ਕੀਤਾ। ਸਰਕਾਰ ਨੇ ਐਮਰਜੈਂਸੀ ਲਾਈ। 37 ਨਗਰ ਕੀਰਤਨ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਐਮਰਜੈਂਸੀ ਦੇ ਦੌਰਾਨ ਕੱਢੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਤੇ। ਗੁਰਦਾਸਪੁਰ ਦੇ ਵਿੱਚ ਨਗਰ ਕੀਰਤਨ ਅਗਲੇ ਦਿਨ ਜਾਣਾ ਸੀ। ਸਰਕਾਰ ਦੇ 2 ਮੁਲਾਜ਼ਮ ਆਏ, ਸੰਤਾਂ ਨੂੰ ਚਿੱਠੀ ਫੜਾਈ ਤੇ ਕਿਹਾ ਮਹਾਂਪੁਰਖੋ ਕੱਲ ਨੂੰ 10 ਵਜੇ ਮੰਤਰੀਆਂ ਨੇ ਗੁਜਰਨਾ ਵੱਡੇ ਸੜਕ ਤੋਂ, ਤੇ ਆਪ ਜੀ ਇਹ ਨਗਰ ਕੀਰਤਨ ਕੱਢਣਾ। ਇੱਕ ਪਾਸੇ ਹੋ ਕੇ ਹਟ ਕੇ ਜਦੋਂ ਮੰਤਰੀ ਸੰਤਰੀ ਚਲੇ ਜਾਣ ਫਿਰ ਆਪ ਦਾ ਇਹ ਪ੍ਰੋਗਰਾਮ ਅੱਗੇ ਆਪ ਜੀ ਚਲਾ ਲੈਣਾ। ਤੇ ਮਹਾਂਪੁਰਖਾਂ ਨੇ ਬੜੀ ਕੜਕਦੀ ਆਵਾਜ਼ 'ਚ ਰੋਹਬ ਦੇ ਨਾਲ ਕਿਹਾ ਕਿ ਉਹ ਮੰਤਰੀ ਆਪ ਦਾ ਰਸਤਾ ਬਦਲਣ, ਨਹੀਂ ਤੇ ਜਿਸ ਵਕਤ ਨਗਰ ਕੀਰਤਨ ਆਵੇਗਾ, ਜਲੂਸ ਆਵੇਗਾ, ਆਪ ਗੱਡੀ ਚੋਂ ਉਤਰ ਕੇ ਜੋੜੇ ਲਾ ਕੇ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਨਮਸਕਾਰ ਕਰਨ, ਸਾਨੂੰ ਰਸਤਾ ਦੇਣ। ਜਦੋਂ ਨਗਰ ਕੀਰਤਨ ਗੁਜ਼ਰ ਜਾਵੇ ਫਿਰ ਆਪ ਦੇ ਰਾਹੇ ਪੈਣ। ਇਉਂ ਸਾਧ ਸੰਗਤ ਜੀ ਵਰਜਿਆ। ਮੱਤ ਵੀ ਦਿੱਤੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਡੇ ਕਿ ਤੁਹਾਡੇ ਇਹ ਮੰਤਰੀ ਸੰਤਰੀ ਵੱਡੇ। ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ, ਇਹਨਾਂ ਦੀ ਪਤਾ ਨਹੀਂ 50-60 ਸਾਲ ਆਯੂ ਉਮਰ ਹੈ ਕਿ ਨਹੀਂ। ਇਉਂ ਸਾਧ ਸੰਗਤ ਜੀ ਬਚਨ ਕਹੇ ਮਹਾਂਪੁਰਖਾਂ ਨੇ। ਫਿਰ ਦਿਨ ਦੇ ਵਿੱਚ ਸਾਧ ਸੰਗਤ ਜੀ 10-10 12-12 ਕਥਾ ਮਹਾਂਪੁਰਖ ਕਰਿਆ ਕਰਦੇ। ਕਦੀ ਅੱਕੇ ਨਹੀਂ, ਕਦੀ ਥੱਕੇ ਨਹੀਂ, ਕਦੀ ਉੱਕੇ ਨਹੀਂ, ਕਦੀ ਸਾਧ ਸੰਗਤ ਜੀ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਦੇ ਮਹਾਂਪੁਰਖਾਂ ਦੇ ਕਦੀ ਕਿਸੇ ਨੇ ਕਿੰਤੂ ਵੀ ਨਹੀਂ ਕੀਤਾ। ਜਿੱਥੇ ਜਾ ਕੇ ਕਥਾ ਕਰਦੇ, ਚਾਹੇ ਕੋਈ ਬਜ਼ੁਰਗ ਹੁੰਦਾ, ਚਾਹੇ ਕੋਈ ਨੌਜਵਾਨ ਹੁੰਦਾ, ਚਾਹੇ ਕੋਈ ਬੱਚਾ ਹੁੰਦਾ, ਸਭ ਤੇ ਇੱਕ ਸਮਾਨ ਅਸਰ ਹੁੰਦਾ। ਐਸੀ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਮਹਾਂਪੁਰਖਾਂ ਦੇ ਸਿਰ ਤੇ ਹੱਥ ਰਿਹਾ। ਫਿਰ ਜਿਸ ਵਕਤ 77 ਦੇ ਅੰਦਰ 75 ਦੇ ਅੰਦਰ ਜਿਸ ਵਕਤ ਸਾਧ ਸੰਗਤ ਜੀ ਰਾਮਲੀਲਾ ਗਰਾਊਂਡ ਦਿੱਲੀ ਦੇ ਅੰਦਰ ਬੜਾ ਭਾਰੀ ਇਕੱਠ ਹੋਇਆ। ਮਹਾਰਾਜ ਪੰਜਵੇਂ ਵਾਹਿਗੁਰੂ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਤਾਬਦੀ ਦਾ ਦਿਨ ਮਨਾਇਆ ਗਿਆ। ਵੱਡਾ ਪ੍ਰੋਗਰਾਮ, ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼, ਲੱਖਾਂ ਦੀ ਗਿਣਤੀ ਦੇ ਸੰਗਤਾਂ ਹਾਜ਼ਰ, ਮਹਾਂਪੁਰਖ ਵੀ ਸਟੇਜ ਤੇ ਬੈਠੇ, ਹੋਰ ਵੀ ਪਤਵੰਤੇ ਸੱਜਣ ਬੈਠੇ।
ਜਿਸ ਵਕਤ ਪ੍ਰਧਾਨ ਮੰਤਰੀ ਬੀਬੀ ਇੰਦਰਾ ਆਈ ਤੇ ਸਾਰੇ ਉੱਠ ਕੇ ਖੜੇ ਹੋਏ, ਸਤਿਕਾਰ ਕੀਤਾ। ਇੱਕ ਸੰਤ ਮਹਾਰਾਜ ਜੀ ਸਨ ਜਿਹੜੇ ਸਾਧ ਸੰਗਤ ਜੀ ਬੈਠੇ ਰਹੇ। ਫਿਰ ਬੁਲਾਰਿਆਂ ਨੇ ਬੋਲਿਆ, ਜੀ ਇੰਦਰਾ ਗਾਂਧੀ ਨੇ ਸਾਡੇ ਨਾਲ ਸਾਕ ਵੀ ਕੀਤਾ, ਆਨੰਦ ਕਾਰਜ ਕਰਾਇਆ ਇਹਨਾਂ ਦੇ ਬੇਟੇ ਨੇ ਪੰਜਾਬ ਅੰਦਰ, ਇਉਂ ਸਾਡੇ ਨਾਲ ਇਹਨਾਂ ਦੀ ਗੰਢ ਹੋ ਗਈ। ਤੇ ਇਸੇ ਤਰ੍ਹਾਂ ਨਾਲ ਇੰਦਰਾ ਗਾਂਧੀ ਵੀ ਬੋਲੀ ਵੀ ਜੇ ਕੋਈ ਚਾਹੀਦਾ ਹੋਵੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਾਸਤੇ ਬਣਾਉਣਾ ਹੋਏ ਉਹਨਾਂ ਦੇ ਨਾਂ ਤੇ ਮੈਨੂੰ ਕਹੋ ਤੇ ਮੈਂ ਬਣਵਾ ਦਿਆਂਗੀ। ਫਿਰ ਸਾਧ ਸੰਗਤ ਜੀ ਸੰਤ ਮਹਾਰਾਜ ਜੀ ਦਾ ਸਮਾਂ ਸੀ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਆਰੰਭ ਤਾਂ ਉਹਨਾਂ ਨੇ ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ, ਇਹਨਾਂ ਬਚਨਾਂ ਤੋਂ ਕੀਤੀ। ਫਿਰ ਮਹਾਂਪੁਰਖਾਂ ਨੇ ਜਵਾਬ ਦਿੱਤਾ। ਪਹਿਲਾ ਜਵਾਬ ਇਹ ਦਿੱਤਾ ਵੀ ਉਹ ਸਮਾਂ ਸੀ ਜਦੋਂ ਜਰਵਾਣਿਆਂ ਨੂੰ ਹਿੰਦੂ ਆਪਦੀਆਂ ਧੀਆਂ ਭੈਣਾਂ ਦੇ ਰਿਸ਼ਤੇ ਦੇ ਕੇ ਆਪਦੀ ਇਹ ਜਿਹੜੀ ਸੂਬੇਦਾਰੀ ਹੁੰਦੀ, ਆਪਦੀ ਰਾਜਗਿਰੀ ਹੁੰਦੀ, ਇਹਨੂੰ ਕਾਇਮ ਰੱਖਿਆ ਕਰਦੇ। ਸਿੱਖ ਐਸਾ ਕਰਮ ਨਹੀਂ ਕਰਿਆ ਕਰਦਾ। ਸਿੱਖ ਦਾ ਫਰਜ਼ ਹੈ ਕੰਨਿਆ ਦੇਵੇ ਸਿੱਖ ਕੋ ਲੇਵੈ ਨਾ ਕਿਛ ਦਾਮ, ਆਪਦੀ ਪੁੱਤਰੀ ਦਾ ਰਿਸ਼ਤਾ ਸਿੱਖ ਦੇ ਨਾਲ ਕਰੇ ਤੇ ਉਹਦਾ ਕੋਈ ਮਾਇਆ ਧਾਨਾ ਨਾ ਲਵੇ, ਇਸ ਲਾਲਚ ਨਾਲ ਨਾ ਕਰੇ ਵੀ ਇਹਦੇ ਨਾਲ ਮੈਂ ਆਪਦੀ ਧੀ ਵੀ ਆਵਾਂਗਾ, ਮੈਨੂੰ ਆਹ ਵਸਤੂ ਪ੍ਰਾਪਤ ਹੋਏਗੀ, ਮੈਨੂੰ ਚੌਧਰ ਸ਼ੌਹਰਤ ਮਿਲੇਗੀ, ਐਸੀ ਮਨ 'ਚ ਖਿਆਲ ਨਾ ਲਿਆਵੇ। ਫਿਰ ਮਹਾਰਾਜ ਨੇ ਦੂਜਾ ਬਚਨ ਕਿਹਾ ਵੀ ਇੰਦਰਾ ਨੇ ਜੋ ਕਿਹਾ ਜੇ ਚਾਹੀਦਾ ਹੋਏ ਤੇ ਮੈਨੂੰ ਕਹੋ ਮੈਂ ਬਣਵਾ ਦਿਆਂਗੀ। ਮਹਾਰਾਜ ਸਾਹਿਬ ਜੀ ਦੇ ਹਜ਼ੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਕਿਹਾ, ਬੀਬੀ ਜੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਦੌਲਤ ਇਹ ਸਾਰੇ ਅੱਜ ਜਿਹੜੇ ਹਿੰਦੂ ਧਰਮ ਨੂੰ ਅਪਣਾਈ ਬੈਠੇ ਮਹਾਰਾਜ ਨਾਵੇਂ ਪਾਤਸ਼ਾਹ ਦੇ ਵਜੂਦ ਕਰਕੇ ਹੈ। ਜੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਰੱਖਿਆ ਨਾ ਕਰਦੇ ਤੇ ਅੱਜ 4 ਛੁਪੇਰੇ ਸਭਨਾਂ ਦੀਆਂ ਸੁੰਨਤਾਂ ਹੋਣੀਆਂ ਸਨ, ਤੁਸੀਂ ਵੀ ਬੁਰਕਾ ਪਾਇਆ ਹੋਣਾ ਸੀ ਤੇ ਇਸੇ ਤਰ੍ਹਾਂ ਦੇ ਨਾਲ ਆ ਹਿੰਦੂ ਧਰਮ ਦੀ ਹੋਂਦ ਅੱਜ ਮਿਟ ਜਾਣੀ ਸੀ। ਜੇਕਰ ਤੁਸੀਂ ਸੈਂਕੜੇ ਜਨਮ ਧਾਰ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਆਪ ਦਾ ਸੀਸ ਕੱਟ ਕੇ ਦਿਓ, ਭੇਟ ਕਰੋ, ਉਹ ਵੀ ਥੋੜਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਦੇਣ ਬੀਬੀ ਜੀ ਤੁਸੀਂ ਦੇ ਨਹੀਂ ਸਕਦੇ। ਤੁਸੀਂ ਕੀ ਦੇਣ ਦਿਓਗੇ ਮਹਾਰਾਜ ਜੀ ਦੇ ਨਾਂ ਤੇ? ਤੁਸੀਂ ਕਹਿੰਦੇ ਹੋ ਮੈਨੂੰ ਕਹੋ ਵੀ ਮੈਂ ਬਣਾ ਦਿੰਦੀ ਆ, ਇਹ ਕਹਿਣਾ ਅਯੋਗ ਹੈ, ਯੋਗ ਨਹੀਂ ਹੈ। ਫਿਰ ਮਹਾਂਪੁਰਖਾਂ ਨੇ ਕਿਹਾ, ਸਾਰਿਆਂ ਨੂੰ ਤਾੜਿਆ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਕੋਈ ਆਵੇ ਉੱਠ ਕੇ ਖੜੇ ਨਹੀਂ ਹੋਵੀਦਾ। ਗਿਆਨੀ ਜੀ ਬਚਨ ਸੁਣਾਇਆ ਕਰਦੇ ਸਨ ਮਹਾਰਾਜ ਜੀ ਠਾਕੁਰ ਜੀ ਦਾ, ਜਿਹੜੇ ਸੰਤ ਹਰਫ ਵਾਲੇ ਹੋਏ, ਉਹਨਾਂ ਨੇ ਇੱਕ ਪੋਥੀ ਲਿਖੀ, ਉਹਦੇ ਅੰਦਰ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਜੀਵਨ ਲਿਖਿਆ। ਜੀਵਨ ਐਸਾ ਹੁੰਦਾ ਵੀ ਠਾਕੁਰ ਜੀ ਮਹਾਰਾਜ 11 ਸਾਲ ਦੀ ਉਹਨਾਂ ਦੀ ਆਯੂ ਰਹੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਠਾਕੁਰ ਜੀ ਦੀ ਹਰ ਰੋਜ਼ ਦਰਸ਼ਨ ਕਰਨ ਜਾਇਆ ਕਰਦਾ। ਜਿੱਥੇ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਦਾ ਸਥਾਨ ਹੈ ਡੇਰਾ ਸਾਹਿਬ, ਇਹਦੇ ਪਾਸ ਠਾਕੁਰ ਜੀ ਦਾ ਧੂਣਾ ਸੀ ਤੇ ਉਸ ਧੂਣੇ ਸਾਧ ਸੰਗਤ ਜੀ ਠਾਕੁਰ ਜੀ ਸਦਾ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ। ਉਹਨਾਂ ਦੀ 11 ਸਾਲ ਦੀ ਆਯੂ 'ਚ ਉਹ ਪ੍ਰਗਟ ਹੋਏ, ਉਹਨਾਂ ਨੂੰ ਸੰਸਾਰ ਤੇ ਦੁਨੀਆ ਨੇ ਦੇਖਿਆ ਤੇ ਸਰੀਰ ਕਰਕੇ ਉਹ 60-65 ਸਾਲ ਰਹੇ, ਲੇਕਿਨ ਉਹਨਾਂ ਦਾ ਸਰੀਰ 11 ਤੋਂ ਕਦੀ 12 ਸਾਲ ਦਾ ਨਹੀਂ ਹੋਇਆ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੱਡਾ ਪ੍ਰਤੀਤ ਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ। ਉਹਨਾਂ ਦਾ ਸਰੀਰ ਕਾਲ ਕੁਆਰੀ, ਸਰੀਰ ਜਿਹੜਾ ਸੀ ਉਹ ਕਾਇਆ ਜਿਹੜੀ ਸੀ ਉਹ ਕਾਲ ਤੋਂ ਕੁਆਰੀ, ਭਾਵ ਉਹਨਾਂ ਨੇ ਆਪ ਦਾ ਸਰੀਰ ਸਮੇਂ ਤੋਂ ਨਿਰਲੇਪ ਰੱਖਿਆ। ਐਸੇ ਉਹ ਤਪ ਵਾਲੇ ਸਨ ਮਹਾਂਪੁਰਖ। ਮਹਾਤਮਾ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਜੀ ਧੂਣੇ ਤੇ ਬੈਠਿਆ ਕਰਦੇ। ਸ਼ੇਰੇ ਪੰਜਾਬ ਆਪ ਦਾ ਦੀਵਾਨ ਸਮਾਪਤ ਕਰਕੇ ਡੇਰਾ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਥਾਨ ਦੇ ਦਰਸ਼ਨ ਕਰਕੇ ਤੇ ਹਰ ਰੋਜ਼ ਠਾਕੁਰ ਜੀ ਕੋਲ ਜਾ ਕੇ ਕੋਈ 1 ਅਸ਼ਟਪਦੀ 6 ਅਸ਼ਟਪਦੀਆਂ ਸੁਖਮਨੀ ਸਾਹਿਬ ਦੀਆਂ ਸੁਣ ਕੇ ਤੇ ਫਿਰ ਆਪਦੇ ਮਹਿਲਾਂ 'ਚ ਆਇਆ ਕਰਦੇ। ਇੱਕ ਦਿਨ ਦਾ ਕੀ ਹੋਇਆ, ਇੱਕ ਹਿੰਦੁਸਤਾਨ ਦਾ ਬੜਾ ਵੱਡਾ ਮੰਨਿਆ ਪਰਮੰਨਿਆ ਸੰਨਿਆਸੀ ਆਇਆ ਲਾਹੌਰ ਦਰਬਾਰ ਅੰਦਰ। ਸ਼ੇਰੇ ਪੰਜਾਬ ਨੂੰ ਪਤਾ ਲੱਗਾ, ਆਪ ਉੱਠ ਕੇ ਜਾ ਕੇ ਸਤਿਕਾਰ ਕੀਤਾ, ਪਾਸ ਬੈਠਾਇਆ। ਦੀਵਾਨ ਸਮਾਪਤ ਹੋਇਆ, ਕਹਿਣ ਲੱਗੇ ਚਲੋ ਜੀ ਪੰਜਵੇਂ ਪਾਤਸ਼ਾਹ ਦੇ ਸਥਾਨ ਤੇ ਦਰਸ਼ਨ ਕਰੀਏ, ਮੱਥਾ ਟੇਕ ਆਈਏ। ਹਾਂ ਜੀ ਚਲੋ ਸ਼ੇਰੇ ਪੰਜਾਬ ਜੀ ਨਾਲ ਜਾਂਦੇ ਹਾਂ। ਜਾ ਕੇ ਦਰਸ਼ਨ ਕੀਤੇ, ਸੇਰਾ ਚੜਾਇਆ, ਕੜਾਹ ਪ੍ਰਸ਼ਾਦ ਦੀ ਦੇਗ ਕਰਾਈ, ਇਸ ਤਰ੍ਹਾਂ 5 ਇਸ਼ਨਾਨਾਂ ਕੀਤੀਆਂ। ਸ਼ੇਰੇ ਪੰਜਾਬ ਜੀ ਸਭ ਕਰਕੇ ਆਪ ਦਾ ਨੇਮ ਪੂਰਾ ਤੇ ਕਹਿਣ ਲੱਗੇ ਚਲੋ ਜੀ ਆਪਾਂ ਠਾਕੁਰ ਜੀ ਮਹਾਰਾਜ ਜੀ ਤੋਂ ਸੁਖਮਨੀ ਸਾਹਿਬ ਸੁਣ ਆਈਏ।
ਤੇ ਸੰਨਿਆਸੀ ਜੀ ਨੂੰ ਪਤਾ ਸੀ ਵੀ ਉਹ 11 ਸਾਲ ਦੀ ਉਮਰ ਵਾਲੇ ਛੋਟਾ ਜਿਹਾ ਬਾਲਕ ਹੈ। ਮੈਂ ਏਡਾ ਵੱਡਾ ਹਿੰਦੁਸਤਾਨ ਦਾ ਮੰਨਿਆ ਪਰਮੰਨਿਆ ਸੰਨਿਆਸੀ, ਮੈਂ 11 ਸਾਲ ਦੇ ਬਾਲਕ ਨੂੰ ਮੱਥਾ ਟੇਕਾਂਗਾ ਤੇ ਮੇਰੀ ਈਨ ਨਾ ਰਹੇਗੀ, ਮੇਰੀ ਮਾਨਤਾ ਨਾ ਰਹੇਗੀ। ਇਉਂ ਮਨ 'ਚ ਖਿਆਲ ਕਰਕੇ ਕਹਿਣ ਲੱਗਾ, ਜੀ ਸ਼ੇਰੇ ਪੰਜਾਬ ਤੁਸੀਂ ਜਾਓ, ਮੈਂ ਲਘੂ ਸ਼ੰਕਾ ਕਰਕੇ ਆਉਣਾ ਵੀ ਹਟ ਥੋੜਾ ਰੁਕ ਕੇ ਆਉਂਦਾ ਹਾਂ। ਤੇ ਜੇ ਇਸ ਵਕਤ ਸ਼ੇਰੇ ਪੰਜਾਬ ਜੀ ਗਏ, ਜਾ ਕੇ ਮੱਥਾ ਟੇਕਿਆ ਤੇ ਠਾਕੁਰ ਜੀ ਮਹਾਰਾਜ ਜੀ ਕੋਲ ਬੈਠ ਗਏ। ਤੇ ਸੰਨਿਆਸੀ ਜੀ ਜਿਸ ਵਕਤ ਥੋੜਾ ਟਾਈਮ ਹਟ ਕੇ ਆਏ ਤੇ ਸ਼ੇਰੇ ਪੰਜਾਬ ਸਤਿਕਾਰ ਕਰਨ ਲਈ ਉੱਠਣ ਲੱਗੇ। ਜਦੋਂ ਉੱਠਣ ਲੱਗੇ ਤੇ ਠਾਕੁਰ ਜੀ ਨੇ ਬਾਹ ਪਕੜ ਕੇ ਕਿਹਾ ਵੀ ਬੈਠੇ ਰਹੋ, ਖੜੇ ਨਹੀਂ ਹੋਣਾ। ਸ਼ੇਰੇ ਪੰਜਾਬ ਜੀ ਉੱਥੇ ਬੈਠ ਗਏ ਤੇ ਸੰਨਿਆਸੀ ਜੀ ਆ ਰਹੇ ਨੇ, ਇੱਕ ਸੋਟੀ ਧੂਣੇ ਦੇ ਵਿੱਚੋਂ ਕੱਢੀ ਤੇ ਉਸ ਸੰਨਿਆਸੀ ਵੱਲ ਖੜੀ ਕਰ ਦਿੱਤੀ, ਉਹਦੇ ਵੱਲ ਕੀਤੀ ਧੁਖਦੀ ਹੋਈ। ਜਦੋਂ ਕੀਤੀ ਤੇ ਉਹ ਸੰਨਿਆਸੀ ਜਿੱਥੇ ਤੁਰਿਆ ਆ ਰਿਹਾ, ਜਿਹੜਾ ਉਹਦਾ ਪੈਰ ਅਗਲਾ ਉੱਤੇ ਪਿਛਲਾ ਥੱਲੇ, ਉਹ ਉੱਥੇ ਹੀ ਜੜ ਹੋ ਗਿਆ। ਨਾ ਉਹ ਹਿੱਲੇ, ਨਾ ਉਹ ਜੁੱਲੇ, ਨਾ ਉਹ ਅੱਗੇ ਆਵੇ, ਨਾ ਪਿੱਛੇ ਜਾਵੇ। ਤੇ ਸ਼ੇਰੇ ਪੰਜਾਬ ਨੇ ਉਸ ਧੁਖਦੀ ਹੋਈ ਸੋਟੀ ਦੇ ਉੱਤੇ ਇੱਕ ਬੂੰਦ ਪਾਣੀ ਦੀ ਦੇਖੀ। ਕੁਝ ਸਮਾਂ ਗੁਜ਼ਰਿਆ, ਸ਼ੇਰੇ ਪੰਜਾਬ ਜੀ ਕਹਿਣ ਲੱਗੇ, ਠਾਕੁਰ ਜੀ ਮਹਾਰਾਜ ਜੀ, ਇਸ ਸੰਨਿਆਸੀ ਤੋਂ ਜੋ ਭੁੱਲ ਹੋਈ, ਗਲਤੀ ਹੋਈ, ਮਹਾਰਾਜ ਜੀ ਮੁਆਫ ਕਰੋ, ਇਹਨੂੰ ਆਪ ਜੀ ਬਖਸ਼ ਲਓ। ਉਸ ਵਕਤ ਠਾਕੁਰ ਜੀ ਮਹਾਰਾਜ ਜੀ ਨੇ ਕਿਹਾ ਵੀ ਸ਼ੇਰੇ ਪੰਜਾਬ, ਜਿਸ आनंद के समुद्र में हम रहते हैं, हिंदी बोलिया करते सन ठाकुर जी, जिस आनंद गुरु नानक के आनंद के समुद्र में हम रहते हैं, इस सन्यासी से एक बूंद नहीं सहारी गई। ਤੇ ਇਹ ਕਹਿੰਦਾ, ਇਹ ਸੰਨਿਆਸੀ ਦੇ ਮਨ 'ਚ ਐਸਾ ਸੀ ਵੀ ਜਦੋਂ ਮੈਂ ਹਟ ਕੇ ਜਾਵਾਂਗਾ, ਸ਼ੇਰੇ ਪੰਜਾਬ ਉੱਠ ਕੇ ਮੇਰਾ ਸਤਿਕਾਰ ਕਰੇਗਾ ਤੇ ਨਾਲ ਹੀ ਠਾਕੁਰ ਜੀ ਵੀ ਉੱਠ ਕੇ ਮੇਰੇ ਨੂੰ ਨਮਸਕਾਰ ਕਰਨਗੇ ਤੇ ਮੇਰਾ ਮੱਥਾ ਟੇਕਣਾ ਬਚ ਜਾਏਗਾ। ਤੇ ਠਾਕੁਰ ਜੀ ਕਹਿੰਦੇ, ਜੇ ਸੰਨਿਆਸੀ कहता ਵੀ ਹਮ ਉੱਠ ਕੇ ਇਸਕੋ ਨਮਸਕਾਰ ਕਰੇ। ਜਦੋਂ ਇੰਨਾ ਵਚਨ ਕਿਹਾ, ਸੋਟੀ ਥੱਲੇ ਕੀਤੀ, ਉਹ ਸੰਨਿਆਸੀ ਆ ਕੇ ਮਹਾਂਪੁਰਖਾਂ ਦੇ ਪੈਰੀ ਪਿਆ। ਉਦੋਂ ਸਾਧ ਸੰਗਤ ਜੀ ਠਾਕੁਰ ਜੀ ਮਹਾਰਾਜ ਜੀ ਨੇ ਕਿਹਾ ਸੀ ਸ਼ੇਰੇ ਪੰਜਾਬ ਨੂੰ ਵੀ ਇਹ ਮਰਿਆਦਾ ਹੈ, ਜਦੋਂ ਕਿਸੇ ਵੱਡੇ ਦੇ ਪਾਸ ਹੋਈਏ, ਕੋਈ ਛੋਟਾ ਆਵੇ ਤੇ ਵੱਡੇ ਦੇ ਪਾਸ ਬੈਠੇ ਹੋਇਆਂ ਦਾ ਫਰਜ਼ ਨਹੀਂ ਬਣਦਾ ਵੀ ਉਹ ਛੋਟੇ ਦੇ ਆਇਆਂ ਖੜੇ ਹੋ ਕੇ ਉਹਦਾ ਸਤਿਕਾਰ ਕਰਨ, ਫਿਰ ਵੱਡੇ ਦਾ ਸਤਿਕਾਰ ਨਹੀਂ ਰਹਿ ਜਾਂਦਾ। ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਮਹਾਂਪੁਰਖਾਂ ਨੇ ਵੀ ਇਹੋ ਬਚਨ ਕਿਹਾ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਜਗਤ ਦੇ ਗੁਰੂ ਸਾਡੇ ਵਾਲੀ ਹਨ। ਮਹਾਰਾਜ ਜੀ ਦੇ ਹੁੰਦਿਆਂ, ਹਾਜ਼ਰ ਨਾਜ਼ਰ ਹੋਇਆਂ, ਕਿਸੇ ਇੱਕ ਦੇ ਪ੍ਰਾਣੀ ਦੇ ਸਰੀਰ ਦੇ ਆਇਆਂ ਉੱਠ ਕੇ ਖੜੇ ਹੋਣਾ, ਇਹ ਮਹਾਰਾਜ ਜੀ ਦੀ ਬੇਅਦਬੀ ਹੈ। ਐਸਾ ਕਰਨਾ ਯੋਗ ਨਹੀਂ। ਸਾਰਿਆਂ ਨੇ ਸਾਧ ਸੰਗਤ ਜਿਹੜੇ ਸਿਆਣੇ ਸਨ, ਉਹਨਾਂ ਨੇ ਆਪਦੀ ਗਲਤੀ ਮੰਨੀ ਵੀ, ਮਹਾਰਾਜ ਜੀ ਤੋਂ ਮਾਫੀ ਵੀ ਆਪਦੀ ਮੰਨੀ। ਐਸੇ ਮਹਾਂਪੁਰਖ ਸਾਧ ਸੰਗਤ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਅੱਜ ਦਾ ਦਿਨ ਸੀ, 1 ਭਾਦਰੋਂ ਦਾ ਦਿਨ, ਜਿਸ ਵਕਤ ਮਹਾਂਪੁਰਖ ਸਾਧ ਸੰਗਤ ਜੀ ਪ੍ਰਚਾਰ ਵਾਸਤੇ ਜਾ ਰਹੇ ਸਨ ਤੇ ਸੰਤਾਂ ਦਾ ਐਕਸੀਡੈਂਟ ਹੋਇਆ 5 ਅਗਸਤ ਦਾ ਸੀ ਤੇ 17 ਨੂੰ ਸਾਧ ਸੰਗਤ ਜੀ ਜਾ ਕੇ DMC ਹਸਪੀਟਲ ਦੇ ਅੰਦਰ ਸੰਤ ਜੀ ਬਚ ਸਕਦੇ ਸਨ, ਕੋਈ ਵੱਡਾ ਰੋਗ ਨਹੀਂ ਸੀ, ਕੋਈ ਵੱਡੀ ਸੱਟ ਨਹੀਂ ਸੀ। ਡਾਕਟਰਾਂ ਨੇ ਇੰਨਾ ਹੀ ਕਿਹਾ ਸੀ ਵੀ ਮਹਾਂਪੁਰਖ ਆਪਰੇਸ਼ਨ ਕਰ ਦਿੰਦੇ ਹਾਂ, ਇੰਟਰਨਲ ਬਲੀਡਿੰਗ ਹੈ ਉਹ ਰੁਕ ਜਾਏਗੀ ਤੇ ਤੁਹਾਡਾ ਸਰੀਰ ਸਵਸਥ ਹੋ ਜਾਏਗਾ। ਤੇ ਮਹਾਂਪੁਰਖਾਂ ਨੇ ਕਿਹਾ ਸੀ ਨਹੀਂ ਭਾਈ, ਮੈਂ ਆਪਦੀ ਕੌਮ ਨੂੰ ਇਹ ਨਾਰਾ ਦਿੰਦਾ ਰਿਹਾ ਵੀ ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਜਦੋਂ ਆਪਰੇਸ਼ਨ ਕਰੋਗੇ ਸਾਡੇ ਕੇਸ ਰੂਮ ਇਹ ਕੱਟੋਗੇ, ਤੇ ਜਦੋਂ ਕੇਸ ਰੂਮਾਂ ਦੀ ਬੇਅਦਬੀ ਹੋਈ ਤੇ ਮੇਰੀ ਸਿੱਖੀ ਤੇ ਨਾ ਨਿਭੀ। ਮੈਂ ਤਾਂ ਚਾਹੁੰਦਾ ਮੇਰੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ, ਆ ਸਰੀਰ ਜਾਂਦਾ ਜਾਵੇ, ਮੈਂ ਆਪਦੀ ਸਿੱਖੀ ਨਹੀਂ ਗਵਾਉਣੀ। ਇਹ ਬਚਨ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਆਪ ਦਾ ਸਵਾਸਾਂ, ਆਪ ਦੇ ਕੇਸਾਂ ਸਵਾਸਾਂ ਨਾਲ ਆਪ ਦੀ ਸਿੱਖੀ ਨਿਭਾਈ। ਅੱਜ ਦੇ ਦਿਨ ਸਾਧ ਸੰਗਤ ਜੀ ਸੰਤ ਮਹਾਰਾਜ ਜੀ ਸੱਚਖੰਡ ਗਏ ਹਨ, ਲੁਧਿਆਣੇ ਦੇ ਅੰਦਰ ਹਸਪਤਾਲ ਦੇ ਅੰਦਰ। ਉਹਨਾਂ ਮਹਾਂਪੁਰਖਾਂ ਦਾ ਵੀ ਅੱਜ ਸਭ ਥਾਵਾਂ ਤੇ ਸੰਤਾਂ ਦੀ ਸਾਧ ਸੰਗਤ ਜੀ ਬਰਸੀ, ਮਹਿਤੇ, ਅਜਨਾਲੇ, ਸੰਗਰਾਵੇਂ, ਜਿੱਥੇ ਵੀ ਮਹਾਂਪੁਰਖਾਂ ਨਾਲ ਪ੍ਰੇਮ ਕਰਨ ਵਾਲੇ, ਇੱਥੇ ਆਪ ਸਾਰੇ ਮਹਾਂਪੁਰਖਾਂ ਨਾਲ ਪ੍ਰੇਮ ਕਰਨ ਵਾਲੇ, ਉਹ ਮਹਾਂਪੁਰਖਾਂ ਦਾ ਆਪ ਜੀ ਦਿਨ ਮਨਾ ਰਹੇ ਹੋ। ਐਸੇ ਮਹਾਂਪੁਰਖਾਂ ਦੇ ਜੀਵਨ ਨੂੰ ਸਾਧ ਸੰਗਤ ਜੀ ਕੋਟੀ ਕੋਟੀ ਪ੍ਰਣਾਮ ਹੋਵੇ। ਇੱਥੋਂ ਤੱਕ ਵਿਚਾਰ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਮਾਫੀ। ਆਪ ਸੰਗਤ ਸਤਿਗੁਰੂ ਮਹਾਰਾਜ ਅੰਤਰਜਾਮੀ ਅਕਾਲ ਪੁਰਖ ਪਰਮੇਸ਼ਰ ਜੀ ਆਪਾਂ ਸਾਰਿਆਂ ਨੂੰ ਬਖਸ਼ਣ, ਹਰ ਸਤਿਗੁਰੂ ਜੀ ਮੈਨੂੰ ਵੀ ਬਖਸ਼ ਲੈਣ। ਭੁੱਲਾਂ ਚੁੱਕਾਂ ਦੀ ਮਾਫੀ। ਜਿੰਨੇ ਆਪ ਗੁਰੂ ਮੁਖਤਿਆਰੇ ਪਤਵੰਤੇ ਸੱਜਣ ਮਾਈ ਭਾਈ ਆਏ, ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਧੰਨਵਾਦ ਜੀ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ, ਸੇ ਭਾਗ
ਦੁਇ ਨਰਕ ਨਾ ਪਾਈਐ ਹੈ। ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ